ਆਮ ਤੌਰ ਤੇ ਸੁਣਦੇ ਹਾਂ ਕਿ ਖੂਨ, ਜੇ ਤੁਸੀਂ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੈ ਤਾਂ ਸਭ ਤੋਂ ਵੱਧ ਫਾਇਦੇਮੰਦ ਇਸ ਦੁਨੀਆ ਦੇ ਵਿੱਚ ਹੈ ਹੀ ਚੁਕੰਦਰ। ਇਹ ਸੱਚ ਹੈ? ਨੈਪੋਲੀਅਨ ਸੀ ਪਹਿਲਾ ਜਿਸਨੇ ਚੁਕੰਦਰ ਨੂੰ ਖੰਡ ਵਾਂਗ ਵਰਤਣਾ ਸ਼ੁਰੂ ਕੀਤਾ। ਇਹ ਬਹੁਤ ਇੰਪੋਰਟੈਂਟ ਚੀਜ਼ ਜੇ। ਇਹ ਸਬਜ਼ੀ ਹੀ ਹੈ ਪਰ ਇਹਨੂੰ ਮੈਂ ਸ਼ਬਦ ਜੋ ਵਰਤਣ ਲੱਗੀ ਹਾਂ ਕਿ ਉਹ ਚਮਤਕਾਰੀ ਜੇ। ਚੋਟੀ ਦੇ ਸਿਹਤਮੰਦ ਖਾਣੇ ਜੋ ਹੁਣ ਤੱਕ ਦੇ ਚੁਣੇ ਜਾ ਚੁੱਕੇ ਨੇ, ਚੁਕੰਦਰ ਦਾ ਨਾਮ ਦੂਜੇ ਨੰਬਰ ਤੇ ਆ ਚੁੱਕਿਆ ਹੋਇਆ ਜੇ। ਚੁਕੰਦਰ ਖਾਇਆ ਤੁਸੀਂ 4 ਹਫ਼ਤੇ, ਪਰ ਉਹਦਾ ਅਸਰ 2 ਹਫ਼ਤੇ ਬਾਅਦ ਤੱਕ ਵੀ ਦਿਸੀ ਗਿਆ। ਜੀ ਜੀ, ਇੰਨਾ ਜ਼ਬਰਦਸਤ ਅਸਰ ਹੈ। ਕਸਰਤ ਕਰਨ ਤੋਂ 20 ਮਿੰਟ ਪਹਿਲਾਂ ਪਿਆਇਆ ਗਿਆ ਤਾਂ ਸਾਰਿਆਂ ਨੇ 16% ਵੱਧ ਕਸਰਤ ਕਰ ਲਈ ਅੱਗੇ ਨਾਲੋਂ, ਤੇ ਇਹ ਵੀ ਕਹਿ ਦਿੱਤਾ ਥਕਾਵਟ ਅਜੇ ਵੀ ਮਹਿਸੂਸ ਨਹੀਂ ਹੋਈ। ਜੇ ਬਚਣਾ ਜੇ ਤਾਂ ਚੁਕੰਦਰ ਖਾਣਾ ਹੀ ਪੈਣਾ ਹੈ। ਲਹੂ ਦੇ ਕੈਂਸਰ ਦੇ ਮਰੀਜ਼ਾਂ ਨੂੰ ਚੁਕੰਦਰ ਤੇ ਗਾਜਰ ਦਾ ਰਸ ਮਿਲਾ ਕੇ ਖੋਜ ਕੀਤੀ ਗਈ ਸੀ। ਉਹਦੇ ਵਿੱਚ ਵੀ ਕਾਫੀ ਪੋਜ਼ਿਟਿਵ ਰਿਜ਼ਲਟਸ ਆਏ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਖਾਲਸ ਟੀਵੀ ਦੇ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਨਾਲ ਅਸੀਂ ਸਾਰੇ ਦਰਸ਼ਕਾਂ ਦੇ ਨਾਲ ਜੁੜ ਚੁੱਕੇ ਹਾਂ। ਮੈਂ ਹਰਸ਼ਰਨ ਕੌਰ ਤੇ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜਦੇ ਨੇ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ। ਸੋ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ ਟਮਾਟਰ ਦੀ, ਤੇ ਉਦੋਂ ਹੀ ਕਿਹਾ ਸੀ ਡਾਕਟਰ ਸਾਹਿਬ ਨੇ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਚੁਕੰਦਰ ਦੀ ਗੱਲ ਕਰਾਂਗੇ। ਮਾਫੀ ਚਾਹਾਂਗੇ ਕਿ ਸੋਮਵਾਰ ਨੂੰ ਇਹ ਪ੍ਰੋਗਰਾਮ ਨਹੀਂ ਦੇ ਪਾਏ, ਰੁਝੇਵੇਂ ਦੋਵੇਂ ਪਾਸੇ ਜ਼ਿਆਦਾ ਰਹਿੰਦੇ ਨੇ ਤੇ ਡਾਕਟਰ ਸਾਹਿਬ ਦੀ ਵੀ ਡਿਊਟੀ ਹੈ ਜਿਹੜੀ ਸਖਤ ਲੱਗੀ ਹੋਈ ਹੈ ਕਰੋਨਾ ਦਾ ਜਿਹੜਾ ਟੀਕਾਕਰਨ ਹੋ ਰਿਹਾ ਉਸ ਕਰਕੇ। ਸੋ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਦਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਆਪਣੇ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਸਤਿ ਸ਼੍ਰੀ ਅਕਾਲ। ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਵੀਰ ਭੈਣ ਬਜ਼ੁਰਗ ਬੱਚੇ ਸਭਨਾਂ ਨੂੰ ਨਿੱਘੀ ਫਤਿਹ ਤੇ ਬਹੁਤ ਉਹਨਾਂ ਦਾ ਸਤਿਕਾਰ ਤੇ ਧੰਨਵਾਦ। ਇੰਨਾ ਪਿਆਰ, ਇੰਨਾ ਦੁਲਾਰ, ਇੰਨਾ ਯਾਨੀ ਜੋ ਫੋਨਾਂ ਰਾਹੀਂ ਮੈਸੇਜਿਸ ਰਾਹੀਂ ਪਹੁੰਚਦਾ ਜੇ ਇਸ ਪ੍ਰੋਗਰਾਮ ਦਾ। ਕੁਝ ਬਜ਼ੁਰਗ, ਮੈਂ ਇੱਕ ਜ਼ਰੂਰ ਇਸ ਤੋਂ ਪਹਿਲਾਂ ਕਿ ਆਪਾਂ ਚੁਕੰਦਰ ਦੀ ਗੱਲ ਕਰੀਏ ਸਿਰਫ 1 ਮਿੰਟ ਦੀ ਗੱਲ ਕਰਦੀ ਹਾਂ। ਜੀ ਜੀ। ਇੱਕ ਬਜ਼ੁਰਗ ਮਾਂ ਖਾਸ ਤੌਰ ਤੇ ਪਹੁੰਚੇ ਹਸਪੀਟਲ 'ਚ ਮੇਰੇ ਕੋਲ। ਅੱਛਾ ਜੀ। ਕਹਿੰਦੇ ਸਿਰਫ ਦੇਖਣਾ ਸੀ। ਮੈਂ ਤੇਰੇ ਰਾਹੀਂ ਹਰਸ਼ਰਨ ਨੂੰ ਵੀ ਵੇਖ ਲਿਆ, ਤੈਨੂੰ ਵੀ ਦੇਖ ਲਿਆ, ਮੈਂ ਪ੍ਰੋਗਰਾਮ ਤੁਹਾਡਾ ਮਿਸ ਨਹੀਂ ਕਰਦੀ। ਸੋ ਤੁਸੀਂ ਮੇਰੀ ਸਿਹਤ ਦਾ ਖਿਆਲ ਰੱਖਦੇ ਹੋ। ਬਹੁਤ ਸਾਰੀਆਂ ਦੁਆਵਾਂ। ਜੀ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਜ਼ਰੂਰ ਕਰਦੇ ਕਿਉਂਕਿ ਬਜ਼ੁਰਗਾਂ ਦੀਆਂ ਅਸੀਸਾਂ ਸਭ ਤੋਂ ਮਹਿੰਗੀਆਂ ਹੁੰਦੀਆਂ ਕਹਿੰਦੇ। ਤੇ ਸੋ ਡਾਕਟਰ ਸਾਹਿਬ ਆਪਾਂ ਅੱਜ ਗੱਲ ਕਰਨੀ ਹੈ ਚੁਕੰਦਰ ਤੇ। ਚੁਕੰਦਰ ਤੇ ਆਪਾਂ ਸਭ ਤੋਂ ਪਹਿਲਾਂ ਇਹੀ ਜਾਣੀਏ ਕਿ ਚੁਕੰਦਰ, ਜਿਵੇਂ ਪਹਿਲਾਂ ਇਹ ਹੋਇਆ ਸੀ ਨਾ ਕਿ ਫਰੂਟ, ਟਮਾਟਰ ਇੱਕ ਫਲ ਹੈ ਜਿਹਨੂੰ ਅਸੀਂ ਸਬਜ਼ੀ ਬਣਾਤਾ। ਚੁਕੰਦਰ ਕੀ ਹੈ ਹੁਣ, ਕਿਉਂਕਿ ਖਾਧਾ ਸਲਾਦ ਵਾਂਗੂ ਹੀ ਜਾਂਦਾ ਇਹਨੂੰ ਵੀ। ਦੇਖੋ, ਚੁਕੰਦਰ ਦੇ ਬਾਰੇ ਜੇ ਆਪਾਂ ਉਹਦੇ ਫਾਇਦੇ ਗਿਣਾਉਣ ਲੱਗੇ ਤਾਂ ਮੈਂ ਪਹਿਲਾਂ ਹੀ ਦੱਸ ਦਿਆਂ ਕਿ ਇੱਕ ਪ੍ਰੋਗਰਾਮ 'ਚ ਪੂਰੇ ਹੋ ਨਹੀਂ ਸਕਣੇ ਜੀ, ਕਿਉਂਕਿ ਜਿਸ ਤਰੀਕੇ ਦੇ ਹੁਣ ਤੱਕ ਦੇ ਅਸੀਂ ਸਾਰੇ ਜਿੰਨੇ ਵੀ ਖਾਣੇ ਦੇ ਗੱਲਾਂ ਕੀਤੀਆਂ ਜੇ, ਮੇਰਾ ਖਿਆਲ ਸਭ ਤੋਂ ਉਤਾਂਹ ਟੱਪ ਜਾਣਾ। ਕਿਉਂਕਿ ਇਹਦੇ ਜਦੋਂ ਫਾਇਦੇ ਸਾਹਮਣੇ ਆਉਣਗੇ ਤਾਂ ਮੈਂ ਯਕੀਨ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸਭ ਨੇ ਕਹਿਣਾ ਜੀ ਚੁਕੰਦਰ ਤੋਂ ਬਗੈਰ ਅਗਲਾ ਦਿਨ ਨਹੀਂ ਚੜ੍ਹਨਾ ਚਾਹੀਦਾ। ਠੀਕ ਹੈ। ਇੰਨਾ ਐਡਵਾਂਸਡ ਖੋਜਾਂ ਜੋ ਲੰਡਨ ਵਿੱਚ ਵੀ ਹੋਈਆਂ, ਜਿਨ੍ਹਾਂ ਦੇ ਉੱਤੇ ਯਾਨੀ ਚੁਕੰਦਰ ਅਜਿਹੀ ਚੀਜ਼ ਹੈ, ਤੁਸੀਂ ਇੱਥੋਂ ਹਿਸਾਬ ਲਾਓ ਕਿ ਇਹਦੀਆਂ ਦਵਾਈਆਂ ਬਣ ਚੁੱਕੀਆਂ। ਅਸੀਂ ਖਾ ਰਹੇ ਹਾਂ ਅੱਜ ਕੱਲ੍ਹ, ਉਹ ਦਵਾਈ ਖਾ ਰਹੇ ਹਾਂ, ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਹੇ ਜੋ ਚੁਕੰਦਰ ਤੋਂ ਹੀ ਬਣੀ ਹੋਈ ਹੈ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਪਾਵਰਫੁਲ ਚੀਜ਼ ਹੈ। ਬਿਲਕੁਲ। ਪਰ ਇੱਕ ਹਿੱਸਾ ਅੱਜ ਕਰਾਂਗੇ, ਸੈਕਿੰਡ ਪਾਰਟ ਫਿਰ ਅਗਲੀ ਵਾਰ, ਕਿਉਂਕਿ ਉਹਦੀਆਂ ਜਦ ਤੱਕ ਇੱਕ ਗੱਲ ਡਿਟੇਲ 'ਚ ਨਾ ਸਮਝ ਆਵੇ, ਕਿਹੜੀ ਬਿਮਾਰੀ 'ਚ ਕਿੰਨਾ ਵਰਤਣਾ, ਕਿਸ ਤਰੀਕੇ ਵਰਤਣਾ, ਉਹ ਜ਼ਰੂਰੀ ਪਤਾ ਹੋਣਾ ਚਾਹੀਦਾ। ਜੀ ਜੀ, ਬਿਲਕੁਲ ਬਿਲਕੁਲ। ਸੋ ਸਾਡੇ ਦਰਸ਼ਕ ਜ਼ਰੂਰ ਅਗਲਾ ਪ੍ਰੋਗਰਾਮ ਵੀ ਜ਼ਰੂਰ ਦੇਖਣ ਜੇ ਚੁਕੰਦਰ ਦੇ ਬਾਰੇ ਉਹਨਾਂ ਨੇ ਸਾਰੀ ਜਾਣਕਾਰੀ ਲੈਣੀ ਹੈ ਡਿਟੇਲ ਦੇ ਵਿੱਚ। ਸੋ ਡਾਕਟਰ ਸਾਹਿਬ, ਚੁਕੰਦਰ ਦਾ ਸਭ ਤੋਂ ਵੱਡਾ ਗੁਣ ਤੇ ਪਹਿਲਾ ਗੁਣ ਕੀ ਹੈ? ਕਿਉਂਕਿ ਆਮ ਤੌਰ ਤੇ ਸੁਣਦੇ ਹਾਂ ਕਿ ਖੂਨ, ਜੇ ਤੁਸੀਂ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੈ ਤਾਂ ਸਭ ਤੋਂ ਵੱਧ ਫਾਇਦੇਮੰਦ ਇਸ ਦੁਨੀਆ ਦੇ ਵਿੱਚ ਹੈ ਹੀ ਚੁਕੰਦਰ। ਇਹ ਸੱਚ ਹੈ? ਇਹਨੂੰ ਕਿਉਂਕਿ ਇਸ ਤੋਂ ਪਹਿਲਾਂ ਕਿ ਸਾਰੇ ਜਿਹੜੇ ਬੇਲੋੜਾ ਖਾਣਾ ਸ਼ੁਰੂ ਕਰ ਦੇਣ, ਮੈਂ ਪਹਿਲੇ ਇਹ ਚੀਜ਼ ਦੱਸ ਦਿਆਂ ਕਿ ਪੱਥਰ ਯੁੱਗ ਸਮੇਂ ਤੋਂ ਚੁਕੰਦਰ
ਅਫਰੀਕਾ, ਏਸ਼ੀਆ, ਯੂਰਪ ਵਿੱਚ ਉਗਦਾ ਰਿਹਾ ਹੈ, ਯਾਨੀ ਕੋਈ ਇਹਨਾਂ ਦੀ ਚੀਜ਼ ਨਹੀਂ। ਤੇ ਨੈਪੋਲੀਅਨ ਸੀ ਪਹਿਲਾ ਜਿਸਨੇ ਚੁਕੰਦਰ ਨੂੰ ਖੰਡ ਵਾਂਗ ਵਰਤਣਾ ਸ਼ੁਰੂ ਕੀਤਾ। ਇਹ ਬਹੁਤ ਇੰਪੋਰਟੈਂਟ ਚੀਜ਼ ਜੇ, ਕਿਉਂਕਿ ਇਹਦੇ ਹੋਰ ਕਿਤੇ ਨਹੀਂ। ਸੋ ਜਿੰਨੀਆਂ 20 ਕਿਸਮਾਂ ਦੀਆਂ ਸਬਜ਼ੀਆਂ ਨੇ ਉਹਨਾਂ ਸਾਰੀਆਂ ਵਿੱਚੋਂ ਸਭ ਤੋਂ ਵੱਧ ਖੰਡ ਦੀ ਮਾਤਰਾ ਚੁਕੰਦਰ ਵਿੱਚ ਜੇ ਜੀ। ਕਾਰਬੋਹਾਈਡਰੇਟ ਬੇਹਿਸਾਬ ਨੇ, ਸੋ ਰਤਕ ਧਿਆਨ ਨਾਲ ਖਾਣ ਦੀ ਲੋੜ ਪਏਗੀ। ਇਹਦੇ ਵਿੱਚ ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਬੀ, ਫੋਲੇਟ ਜੀ ਰੱਜ ਕੇ ਕੁਦਰਤ ਨੇ ਭਰਿਆ, ਜਿਵੇਂ ਸ਼ਾਇਦ ਇੱਕੋ ਇੱਕ ਹੀ ਫਲ ਉਹਨਾਂ ਨੂੰ ਉਸ ਸਮੇਂ ਲੱਭਿਆ ਸੀ ਜੀ ਜੀ। ਸੋ ਇਹ ਤੁਸੀਂ ਹਿਸਾਬ ਰੱਖੋ ਕਿ ਕੋਈ ਹੋਰ ਫਲ ਜਾਂ ਸਬਜ਼ੀ ਦੀ ਆਪਾਂ ਜੇ ਗੱਲ ਕਰਾਂਗੇ ਸਭ ਤੋਂ ਇੱਕੋ ਇੱਕ, ਕਿਉਂਕਿ ਇਹ ਸਬਜ਼ੀ ਹੀ ਹੈ, ਪਰ ਇਹਨੂੰ ਮੈਂ ਸ਼ਬਦ ਜੋ ਵਰਤਣ ਲੱਗੀ ਹਾਂ ਕਿ ਉਹ ਚਮਤਕਾਰੀ ਜੇ ਜੀ, ਚਮਤਕਾਰੀ ਸਬਜ਼ੀ ਅੱਜ ਤੱਕ ਨਹੀਂ ਕਦੇ ਕਿਸੇ ਚੀਜ਼ ਲਈ ਵਰਤਿਆ, ਪਰ ਕਿਉਂਕਿ ਜਦੋਂ ਇਹਦੇ ਫਾਇਦੇ ਸੁਣੋਗੇ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਪੈਨਕ੍ਰੀਆਜ਼ ਤੱਕ ਲਈ ਹੋਰ ਕੁਛ ਹੈ ਹੀ ਨਹੀਂ ਜਿਹੜਾ ਇਹ ਅਸਰ ਕਰਦਾ ਜੇ। ਬਾਕੀ ਪੱਠਿਆਂ, ਨਸਾਂ, ਹੱਡੀਆਂ, ਜਿਗਰ, ਗੁਰਦੇ, ਭਰੂਣ ਦੇ ਦਿਮਾਗ ਲਈ ਵੀ ਬਾਕਮਾਲ ਖੁਰਾਕ। ਇਹਦੇ ਚ ਬੀਟੇਨ ਭਰਿਆ ਪਿਆ ਜੋ ਸੈੱਲਾਂ ਲਈ, ਪ੍ਰੋਟੀਨ ਲਈ ਤੇ ਐਂਜ਼ਾਈਮ ਰਸ ਲਈ ਵੀ ਇਹ ਬਣਾ ਦਿੰਦਾ ਜੇ। ਵੱਖੋ ਵੱਖਰੇ ਅੰਗਾਂ ਦੇ ਕੰਮਕਾਰ ਸਹੀ ਰੱਖਦਾ, ਲਹੂ ਦੀਆਂ ਦੀ ਰਵਾਨੀ ਠੀਕ ਕਰ ਦਿੰਦਾ, ਇੱਥੋਂ ਤੱਕ ਕਿ ਬਿਮਾਰੀ ਕਰਨ ਵਾਲੇ ਤੱਤਾਂ ਨੂੰ ਉੱਕਾ ਹੀ ਖਤਮ ਕਰ ਦਿੰਦਾ ਜੀ। ਜ਼ਬਰਦਸਤ ਪਾਵਰਫੁਲ ਚੀਜ਼ ਹੈ ਕਿ ਦੁਨੀਆ ਦੇ ਚੋਟੀ ਦੇ ਸਿਹਤਮੰਦ ਖਾਣੇ ਜੋ ਹੁਣ ਤੱਕ ਦੇ ਚੁਣੇ ਜਾ ਚੁੱਕੇ ਨੇ, ਚੁਕੰਦਰ ਵਿਚਲੇ ਬਾਕਮਾਲ ਗਿਣਤੀ 'ਚ ਬੀਟੇਨ ਜੋ ਭਰੇ ਪਏ ਨੇ, ਜੋ ਕਿ ਦਿਲ ਨੂੰ ਵੀ ਸਿਹਤਮੰਦ ਰੱਖਦੇ ਨੇ, ਕੈਂਸਰ ਦੇ ਸੈੱਲਾਂ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਦੇ ਨੇ। ਮੈਂ ਸਿਰਫ ਤੱਥਾਂ ਦੇ ਉੱਤੇ ਆਧਾਰਿਤ ਜੋ ਖੋਜਾਂ ਸਾਬਤ ਕਰ ਚੁੱਕੀ ਹਾਂ ਉਹੀ ਦੱਸ ਰਹੀ ਹਾਂ। ਇਸੇ ਸਦਕਾ ਦੁਨੀਆ ਦੇ ਚੋਟੀ ਦੇ ਸਿਹਤਮੰਦ ਖਾਣਿਆਂ ਵਿੱਚ ਚੁਕੰਦਰ ਦਾ ਨਾਮ ਦੂਜੇ ਨੰਬਰ ਤੇ ਆ ਚੁੱਕਿਆ ਹੋਇਆ ਜੀ ਡਾਕਟਰ। ਹੁਣ ਦੂਜਾ ਕਿਉਂ? ਕਿਉਂਕਿ ਇਸ 'ਚ ਸ਼ੱਕਰ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਸ਼ੱਕਰ ਰੋਗੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਫ਼ਤੇ ਵਿੱਚ 2 ਵਾਰ ਜਾਂ ਵੱਧੋ ਵੱਧ 3 ਵਾਰ ਇਸ ਤੋਂ ਉੱਪਰ ਨਾ ਖਾਇਆ ਜਾਏ, ਕਿਉਂਕਿ ਨੁਕਸਾਨ ਕਰੇਗਾ ਜੀ। ਪਰ ਕੁਦਰਤ ਦੇ ਇਸ ਅਨਮੋਲ ਖਜ਼ਾਨੇ ਤੋਂ ਫਾਇਦਾ ਲੈਣਾ ਜ਼ਰੂਰੀ ਜੇ। ਭਾਵੇਂ ਨੂੰ ਸਲਾਦ ਵਿੱਚ ਵੇਖ ਕੇ ਤੁਸੀਂ ਕਹੋਗੇ ਇਹਦਾ ਕੀ ਫਰਕ ਪੈਂਦਾ, ਖਾ ਜਾਂਦੇ ਹਾਂ, ਮਿੱਠਾ ਤਾਂ ਮਹਿਸੂਸ ਨਹੀਂ ਹੋਇਆ, ਪਰ ਮੈਂ ਇਹਦੀ ਖੰਡ ਤੱਕ ਬਣਦੀ ਹੈ, ਇੰਨਾ ਇਹਦੇ 'ਚ ਨੈਚੁਰਲ ਮਿੱਠਾ ਹੀ ਇਸ 'ਚ ਬਣ ਰਿਹਾ। ਬਿਲਕੁਲ। ਸੋ ਡਾਕਟਰ ਸਾਹਿਬ ਤੁਸੀਂ ਕਿਹਾ ਖੰਡ ਬਣਦੀ ਹੈ ਤੇ ਫਿਰ ਉਹਦਾ ਇਹ ਤਾਂ ਰੰਗ ਹੀ ਬਹੁਤ ਗਾੜਾ ਹੁੰਦਾ, ਇੱਦਾਂ ਦੀ ਖੰਡ ਕਦੇ ਦੇਖੀ ਨਹੀਂ ਹੈ। ਹਾਂ, ਮੈਂ ਉਹ ਵੀ ਦੱਸਦੀ ਹਾਂ ਕਿਵੇਂ, ਕਿਉਂਕਿ ਆਪਾਂ ਇਹਨੂੰ ਵਰਤਣ ਦਾ ਢੰਗ ਤੇ ਕਿਵੇਂ ਇਸ ਤੋਂ ਕੁਛ ਚੀਜ਼ਾਂ ਬਣਦੀਆਂ ਜੋ ਆਪਾਂ ਅਗਲੇ ਸੈਸ਼ਨ 'ਚ ਲਵਾਂਗੇ। ਪਹਿਲਾਂ ਦੇਖੀਏ ਕਿ ਇਹ ਸਰੀਰ ਨੂੰ ਫਾਇਦਾ ਕਿਵੇਂ ਦਿੰਦਾ ਜੀ ਜੀ। ਹਾਂ, ਹੁਣ ਬਲੱਡ ਪ੍ਰੈਸ਼ਰ ਘਟਾਉਣ ਵਿੱਚ, ਜਿਵੇਂ ਮੈਂ ਸ਼ੁਰੂ ਹੀ ਗੱਲ ਕੀਤੀ ਸੀ, ਲੰਡਨ ਦੇ ਕੁਈਨ ਮੈਰੀ ਯੂਨੀਵਰਸਿਟੀ ਵਿੱਚ ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਵੱਲੋਂ ਡਾਕਟਰ ਸ਼ੈਨਨ ਸੀ ਜਿਨ੍ਹਾਂ ਨੇ ਖੋਜ ਆਰੰਭੀ ਸੀ। ਉਹਨਾਂ ਨੇ ਪੂਰੀ ਟੀਮ ਇਸ ਤੇ ਲਾਈ। ਉਹਨਾਂ ਦੀ ਜੋ ਰਿਸਰਚ ਦੇ ਨਿਕਲੇ ਸਨ ਨਤੀਜੇ, ਉਸ ਹਿਸਾਬ ਨਾਲ ਉਹਨਾਂ ਨੇ ਖੁਲਾਸਾ ਕੀਤਾ ਕਿ ਰੋਜ਼ 1 ਗਿਲਾਸ ਚੁਕੰਦਰ ਦਾ ਰਸ ਪੀਤਾ ਜਾਵੇ ਤਾਂ ਵਧੇ ਹੋਏ ਬਲੱਡ ਪ੍ਰੈਸ਼ਰ ਦੀ ਮਾਤਰਾ ਬਿਨਾਂ ਦਵਾਈਆਂ ਦੇ ਵੀ ਘਟ ਜਾਂਦੀ ਹੈ ਜੀ। ਇਹ ਖੋਜ ਛਪੀ ਜਰਨਲ ਆਫ ਹਾਈਪਰਟੈਂਸ਼ਨ ਵਿੱਚ, ਤਾਂ ਇਹ ਇੰਨੇ ਕੁ ਜ਼ਬਰਦਸਤ ਤੱਥਾਂ ਦੇ ਉੱਤੇ ਆਧਾਰਿਤ ਸੀ, ਇੱਕ ਪੇਸ਼ੈਂਟ ਵੱਖੋ ਵੱਖਰਾ, ਕਿ ਤੋਂ ਮਤਲਬ ਕਿਸੇ ਨੂੰ ਕਿੰਤੂ ਪਰੰਤੂ ਕੋਈ ਕਰ ਹੀ ਨਹੀਂ ਸਕਿਆ ਵੀ ਇਹਨੂੰ ਕਿਹੜੇ ਪੁਆਇੰਟ ਨੂੰ ਚੱਕੀਏ, ਕਿਉਂਕਿ ਇਹ ਤਾਂ ਹਰ ਪਾਸਿਓਂ ਹੀ ਵੀ ਬਾਕਮਾਲ ਖੋਜ ਸੀ ਤੇ ਠੀਕ ਸੀ। ਸੋ ਉਹਨਾਂ ਨੇ ਅੱਗੋਂ ਕੀ ਕੀਤਾ, ਇਸ ਖੋਜ ਵਿੱਚ ਅਗਲੀ ਜੋ ਨੈਕਸਟ ਲੈਵਲ ਖੋਜ ਦੇ ਵਿੱਚ ਉਹਨਾਂ ਨੇ 64 ਮਰੀਜ਼ ਲਏ ਜੋ 85 ਸਾਲਾਂ ਦੇ ਸਨ। ਠੀਕ ਹੈ। ਉਹ ਖੋਜ ਵਿੱਚ ਫਿਰ ਦੁਬਾਰਾ ਜੋ ਮਤਲਬ ਨੈਕਸਟ ਫੇਜ਼ ਕੀਤੀ, ਉਹਨਾਂ ਨੇ ਅੱਧਿਆਂ ਨੂੰ ਦਿੱਤੇ ਬਲੱਡ ਪ੍ਰੈਸ਼ਰ ਘਟਾਉਣ ਵਾਲੀਆਂ ਜਿਹੜੀ ਦਵਾਈਆਂ ਜੋ ਖਾਂਦੇ ਪਏ ਸੀ ਉਹ ਲਏ। ਹਾਂਜੀ। ਫਿਰ ਉਹਨਾਂ ਚੋਂ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਧਿਆ ਹੋਇਆ ਬਲੱਡ ਪ੍ਰੈਸ਼ਰ ਜੋ ਨੋਰਮਲ ਹੀ ਨਹੀਂ ਸੀ ਹੋ ਰਿਹਾ ਉਹ ਵੀ ਲਏ। ਠੀਕ ਹੈ। ਬਾਕੀ ਲਏ ਜਿਨ੍ਹਾਂ ਦੇ ਬਲੱਡ ਪ੍ਰੈਸ਼ਰ ਵੱਧ ਸੀ ਪਰ ਉਹਨਾਂ ਨੇ ਕੋਈ ਦਵਾਈ ਹੀ ਨਹੀਂ ਸੀ ਅਜੇ ਤੱਕ ਖਾਧੀ। ਠੀਕ ਹੈ। ਹੁਣ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਕੀ ਕੀਤਾ ਕਿ ਕਿਸੇ ਨੂੰ ਇਹ ਨਹੀਂ ਦੱਸਿਆ ਵੀ ਕਿਹੜੇ ਕਿੱਧਰ ਜਾਣੇ ਨੇ, ਸਿਰਫ ਉਹਨਾਂ ਦੇ ਬੇਸਿਕ ਨੋਟ ਕਰਕੇ ਫਿਰ ਬਿਨਾਂ ਸਿਰਫ ਉਹਨਾਂ ਦੇ ਨੰਬਰ ABCD ਕਰਤੇ ਗਏ ਪੇਸ਼ੈਂਟਸ ਦੇ, ਕਿ ਇਹ ਨਾ
ਲੱਗੇ ਕਿਹਨੂੰ ਕੀ ਦਿੱਤਾ ਜਾ ਰਿਹਾ ਤੇ ਕਿਹਦਾ ਬਲੱਡ ਪ੍ਰੈਸ਼ਰ ਵੱਧ ਸੀ। ਠੀਕ ਉਹਨਾਂ ਹੈ। ਦੀ ਡਿਟੇਲ ਯਾਨੀ ਇੱਕ ਵੱਖਰੇ ਬੰਦੇ ਨੇ ਰੱਖੀ ਜਿਹਨੇ ਦੱਸੀ ਨਹੀਂ ਦੂਸਰੇ ਨੂੰ ਕਿ ਜਿਹੜਾ ਜਿਹਨੇ ਵੰਡਣਾ ਸੀ ਉਹਨੂੰ ਦਿੱਤਾ ਇਹ ਕਿ ਅੱਧੇ ਵਿੱਚ ਇਹਨਾਂ ਨੂੰ ਅੱਧੋ ਅੱਧ ਗਰੁੱਪਾਂ ਵਿੱਚ ਵੰਡ ਲਿਆ। ਠੀਕ ਹੈ। ਇੱਕ ਗਰੁੱਪ ਨੂੰ 250 ml ਚੁਕੰਦਰ ਦਾ ਰਸ ਪੀਣ ਲਈ ਦਿੱਤਾ ਗਿਆ ਤੇ ਦੂਜੇ ਗਰੁੱਪ ਨੂੰ ਉਸੇ ਰੰਗ ਦਾ ਲਾਲ ਕਰਕੇ ਕੋਈ ਹੋਰ ਜੂਸ ਦੇ ਦਿੱਤਾ ਗਿਆ, ਯਾਨੀ ਚੁਕੰਦਰ ਨਹੀਂ ਦਿੱਤਾ ਜੀ। ਹੁਣ ਇਹਦੇ 'ਚ ਨਾ ਡਾਕਟਰਾਂ ਨੂੰ ਪਤਾ ਸੀ ਨਾ ਮਰੀਜ਼ਾਂ ਨੂੰ ਪਤਾ ਸੀ ਕਿ ਕੌਣ ਕਿਹੜੇ ਵਾਲਾ ਜੂਸ ਪੀ ਰਿਹਾ, ਕਿਸ ਨੂੰ ਕਿਹੜੀ ਬਿਮਾਰੀ ਹੈ, ਕਿਹੜਾ ਦਵਾਈ ਲੈ ਰਿਹਾ ਕਿਹੜਾ ਨਹੀਂ ਲੈ ਰਿਹਾ ਜੀ। ਜੂਸ ਜਿਹੜੇ ਹੁਣ ਵੰਡਣ ਤੋਂ ਬਾਅਦ ਜਿਹੜੇ ਸਟੂਡੈਂਟਸ ਰਿਕਾਰਡ ਰੱਖ ਰਹੇ ਸਨ ਉਹਨਾਂ ਨੇ ਹੀ ਡੇਲੀ ਬਲੱਡ ਪ੍ਰੈਸ਼ਰ ਨੋਟ ਕਰਨਾ, ਜਿਹੜਾ ਦਵਾਈਆਂ ਲੈ ਰਿਹਾ ਸੀ ਉਹ, ਯਾਨੀ ਨਾ ਜੂਸ ਵੰਡਣ ਵਾਲੇ ਨੂੰ ਨਾ ਡਾਕਟਰਾਂ ਨੂੰ ਇਹਨਾਂ ਨੂੰ ਕੁਛ ਨਹੀਂ ਸੀ ਪਤਾ। 4 ਹਫ਼ਤੇ ਜੂਸ ਪਿਆਇਆ ਗਿਆ। ਫਿਰ ਜੂਸ ਪਿਆਉਣ ਤੋਂ 2 ਹਫ਼ਤੇ ਪਹਿਲਾਂ ਤੋਂ ਲੈ ਕੇ 2 ਹਫ਼ਤੇ ਬਾਅਦ ਤੱਕ ਰੋਜ਼ ਸਾਰਿਆਂ ਦਾ ਬਲੱਡ ਪ੍ਰੈਸ਼ਰ ਰਿਕਾਰਡ ਕੀਤਾ ਗਿਆ, ਯਾਨੀ ਪੂਰੇ 8 ਹਫ਼ਤੇ ਇਹਨਾਂ ਦੇ, ਯਾਨੀ 4 ਹਫ਼ਤੇ ਪਿਆਇਆ, 2 ਹਫ਼ਤੇ ਪਹਿਲਾਂ 2 ਹਫ਼ਤੇ ਬਾਅਦ, ਪੂਰੇ 8 ਹਫ਼ਤੇ ਇਹਨਾਂ ਦਾ ਬਲੱਡ ਪ੍ਰੈਸ਼ਰ ਦਾ ਰਿਕਾਰਡ ਰੱਖਿਆ। ਜੀ ਡਾਕਟਰ। ਹੁਣ ਜਿਹੜੇ ਤਾਂ 4 ਹਫ਼ਤੇ ਚੁਕੰਦਰ ਦਾ ਜੂਸ ਦਿੱਤਾ ਗਿਆ ਸੀ ਉਹਨਾਂ ਵਿੱਚੋਂ ਜਿੰਨੇ ਜਣਿਆਂ ਨੇ ਜੂਸ ਪੀਤਾ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ 8 ਮਿਲੀਮੀਟਰ ਉੱਪਰਲਾ ਤੇ 4 ਮਿਲੀਮੀਟਰ ਹੇਠਲਾ ਘਟ ਚੁੱਕਿਆ ਸੀ ਜੀ। ਤੇ ਉਹਨਾਂ ਚੋਂ ਚੌਥੇ ਹਫ਼ਤੇ ਤੱਕ ਜਾਂਦਿਆਂ ਸਾਰਿਆਂ ਦਾ ਬਲੱਡ ਪ੍ਰੈਸ਼ਰ ਨਾਰਮਲ ਸੀ। ਅੱਛਾ। ਹੁਣ ਇਹਨੂੰ ਹੋਰ ਕਿਵੇਂ ਕਨਫਰਮ ਕੀਤਾ ਗਿਆ, ਜੋ ਕਿ ਸਪਸ਼ਟ ਦੱਸਦਾ ਵੀ ਕਿਸ ਚੀਜ਼ ਦਾ ਅਸਰ ਹੋਇਆ। ਬਿਲਕੁਲ। ਬੰਦ ਕਰਤਾ ਗਿਆ 2 ਹਫ਼ਤੇ ਬਾਅਦ, ਜਿਵੇਂ ਤੁਹਾਨੂੰ ਦੱਸਿਆ ਕੀਤਾ ਗਿਆ। ਹਾਂਜੀ। ਤਾਂ 2 ਹਫ਼ਤੇ ਤੋਂ ਪੂਰੇ ਹੋਣ ਤੋਂ ਬਾਅਦ ਸਾਰਿਆਂ ਦਾ ਬਲੱਡ ਪ੍ਰੈਸ਼ਰ ਵਾਪਸ ਵਧਣਾ ਸ਼ੁਰੂ ਹੋ ਗਿਆ ਜੀ। ਨਹੀਂ ਹੁਣ ਸਪਸ਼ਟ ਹੋ ਗਿਆ ਵੀ ਚੁਕੰਦਰ ਕਰਕੇ ਹੋਇਆ। ਚੁਕੰਦਰ ਅਸਰ ਕਰ ਰਿਹਾ ਸੀ, ਹੋਰ ਕੁਝ ਵੀ ਅਸਰ ਨਹੀਂ ਸੀ ਕਰ ਰਿਹਾ, ਕਿਉਂਕਿ ਨਾ ਕੋਈ ਦਵਾਈ ਬਦਲੀ ਨਾ ਕੋਈ ਚੇਂਜ ਕੀਤਾ, ਕੱਖ ਨਹੀਂ ਸੀ ਕੀਤਾ। ਤੇ ਉਹ ਵੀ ਐਟ ਰੈਂਡਮ ਲਏ ਗਏ ਜਿਹਦੇ ਚ ਕਿਸੇ ਨੂੰ ਨਹੀਂ ਸੀ ਪਤਾ ਕੌਣ ਕੀ ਪੀ ਰਿਹਾ। ਸਿਰਫ ਇਹ ਫਾਈਨਲ ਰਿਪੋਰਟ ਦੱਸੀ ਗਈ ਕਿ ਜਿਹੜੇ ਚੁਕੰਦਰ ਪੀ ਰਹੇ ਸਨ ਸਿਰਫ ਉਹਨਾਂ ਦਾ ਹੀ ਘਟਿਆ। ਬਿਲਕੁਲ। ਹੁਣ ਇਹ ਪਹਿਲੀ ਦੁਨੀਆ ਦੀ ਅਜਿਹੀ ਖੋਜ ਸੀ ਜਿਸ ਵਿੱਚ ਚੁਕੰਦਰ ਵਿਚਲੇ ਨਾਈਟਰੇਟਸ ਜੋ ਸਨ ਉਹਨਾਂ ਸਦਕਾ ਦੇਖਿਆ ਗਿਆ ਕਿ ਅਸਰ ਦਿਸ ਰਿਹਾ। ਇਹ ਸਰੀਰ ਦੇ ਅੰਦਰ ਜਦੋਂ ਪਹੁੰਚਦੇ ਨੇ ਚੁਕੰਦਰ ਦੇ ਨਾਈਟਰੇਟਸ, ਇਹ ਨਾਈਟ੍ਰਿਕ ਆਕਸਾਈਡ ਵਿੱਚ ਤਬਦੀਲ ਹੋ ਜਾਂਦੇ ਨੇ। ਇਹ ਯਾਨੀ ਇਹ ਹੁਣ ਖੋਜਾਂ ਦੇ ਆਧਾਰ ਤੇ ਹੈ ਕਿ ਉਸ ਨਾਲ ਕੁਦਰਤੀ ਤਰੀਕੇ ਬਲੱਡ ਪ੍ਰੈਸ਼ਰ ਕਾਬੂ ਹੋਣਾ ਸ਼ੁਰੂ ਹੋ ਜਾਂਦਾ ਜੀ। ਤੇ ਇਹ ਆਪਾਂ ਦੇਖ ਲਿਆ ਕਿ ਚੁਕੰਦਰ ਖਾਇਆ ਤੁਸੀਂ 4 ਹਫ਼ਤੇ, ਪਰ ਉਹਦਾ ਅਸਰ 2 ਹਫ਼ਤੇ ਬਾਅਦ ਤੱਕ ਵੀ ਦਿਸੀ ਗਿਆ। ਜੀ ਜੀ। ਇੰਨਾ ਜ਼ਬਰਦਸਤ ਅਸਰ ਹੈ। ਹੁਣ ਇਹ ਇਕੱਲਾ ਅਸਰ ਨਹੀਂ, ਜਿਸ ਕਰਕੇ ਇਹਨੂੰ ਮੈਂ ਦੱਸਿਆ ਚਮਤਕਾਰੀ ਸ਼ਬਦ ਕਿਉਂ ਵਰਤਿਆ। ਹਾਂਜੀ। ਕਿ ਇਸ ਅਸਰ ਦੇ ਨਾਲੋਂ ਨਾਲ ਇੱਕ ਹੋਰ ਬੜਾ ਕਮਾਲ ਦਾ ਅਸਰ ਦਿਸਿਆ, ਉਹ ਸੀ ਕਿ ਨਸਾਂ ਦਾ ਅਕੜਾਓ 10% ਘਟ ਗਿਆ ਸੀ। ਯਾਨੀ ਜਿਹੜੀਆਂ ਨਸਾਂ ਖੁੱਲ ਗਈਆਂ ਤੇ ਜਿਨ੍ਹਾਂ ਨੂੰ ਐਂਜਾਈਨਾ ਸੀ ਉਹਨਾਂ ਦੀ ਪੀੜ ਵੀ ਨਾਲੋਂ ਨਾਲ ਘੱਟ ਹੋ ਗਈ। ਠੀਕ ਹੈ। ਹੁਣ ਜਿਨ੍ਹਾਂ ਨੇ ਚੁਕੰਦਰ ਦਾ ਰਸ ਨਹੀਂ ਸੀ ਪੀਤਾ, ਉਸੇ ਤਰ੍ਹਾਂ ਦਾ ਲਾਲ ਕੁਝ ਹੋਰ ਦਿੱਤਾ ਗਿਆ ਸੀ, ਉਹਨਾਂ ਦੇ ਸਰੀਰ ਅੰਦਰੋਂ ਇੱਕ ਦੇ ਵੀ ਇਹੋ ਜਿਹਾ ਕੋਈ ਅਸਰ ਨਹੀਂ ਦਿਸਿਆ ਜੀ। ਹੁਣ ਦੇਖੋ ਇੰਨੀ ਕੁ ਖੋਜ ਹੈ, ਜੇ ਆਪਾਂ ਸਿਰਫ ਇੱਕ ਬਿਮਾਰੀ ਲਈ, ਜਦ ਕਿ ਮੈਂ 24 ਬਿਮਾਰੀਆਂ ਦੀ ਗੱਲ ਕਰਾਂਗੀ, ਅਜੇ ਤਾਂ ਇੱਕ ਦਾ ਦੱਸ ਰਹੀ ਹਾਂ ਕਿ ਇਹ ਖੋਜ ਇਕੱਲੀ ਨੇ, ਜੋ ਕਿ ਇਸ ਤੋਂ ਬਾਅਦ ਤੇ ਅੱਗੇ ਹੋਰ ਬਹੁਤ ਸਾਰੀਆਂ ਹੋਈਆਂ, ਇਕੱਲੀ ਖੋਜ ਨੇ ਸਾਬਤ ਕਰ ਦਿੱਤਾ ਕਿ ਕੁਦਰਤੀ ਖਾਣੇ ਜੋ ਸਾਨੂੰ ਕੁਦਰਤ ਨੇ ਦਿੱਤੇ ਹੋਏ ਨੇ ਉਹ ਦਵਾਈਆਂ ਤੋਂ ਵੀ ਕਿਤੇ ਵੱਧ ਅਸਰ ਕਰ ਜਾਂਦੇ ਨੇ। ਤੇ ਪਰ ਉਹਦੀ ਖਾਣ ਦਾ ਢੰਗ ਤੇ ਜਿੰਨਾ ਖਾਣਾ ਜੇ ਉਹ ਜ਼ਰੂਰ ਡਾਕਟਰੀ ਸਲਾਹ ਦੇ ਨਾਲ ਹੀ ਲਿਆ ਜਾਵੇ, ਬੇਲੋੜਾ ਬਿਲਕੁਲ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਕਿੰਨਾ ਖਾਣਾ। ਇਸੇ ਕਰਕੇ ਤੁਸੀਂ ਸ਼ਾਇਦ ਚਮਤਕਾਰੀ ਸਬਜ਼ੀ ਇਹਨੂੰ ਕਿਹਾ ਹੈਗਾ। ਇੱਕ ਗੁਣ ਸੁਣ ਕੇ ਕਿੰਨਾ ਕਿਹੜੀ ਬਿਮਾਰੀ ਚ ਖਾਣਾ, ਮੈਂ ਬਿਲਕੁਲ ਇਸ ਵਾਰ ਨਹੀਂ ਦੱਸਾਂਗੀ। ਬਿਮਾਰੀਆਂ ਸਮਝ ਲਈਏ ਜਿਨ੍ਹਾਂ ਤੋਂ ਆਰਾਮ ਆਉਣਾ। ਹੁਣ ਦੇਖੋ ਆਮ ਗੱਲ ਹੈ, ਆਪਾਂ ਕਹਿ ਦਿੰਦੇ ਹਾਂ ਸਾਰਾ ਦਿਨ, ਦੇਖੋ ਤੁਹਾਡਾ ਵੀ ਇਹੋ ਜਿਹਾ ਪੇਸ਼ਾ, ਮੇਰਾ ਵੀ, ਤੇ ਸਾਰੇ ਅਨੇਕ ਜਿਹੜੇ ਕਿ ਥੱਕ ਜਾਂਦੇ ਨੇ ਸ਼ਾਮ ਨੂੰ ਵੀ ਬਸ ਹੋ ਗਈ ਸਾਰਾ ਦਿਨ ਭੱਜ ਦੌੜ ਕਰਕੇ। ਬਿਲਕੁਲ। ਹੁਣ ਥਕਾਵਟ ਦੂਰ ਕਰਨ ਲਈ ਵੀ ਇਹ ਚਮਤਕਾਰ ਹੀ ਕਰਦਾ ਜੇ। ਕਿਵੇਂ ਕਰਦਾ ਜੇ ਕਿ ਇੱਥੇ ਜਿਹੜੀ ਤਗੜੀ ਕਸਰਤ ਕਰਨ ਵਾਲੇ ਸੀ ਉਹ
88 ਬੰਦੇ ਚੁਣੇ ਗਏ, ਯਾਨੀ ਬਹੁਤ ਜਿਹੜੇ ਤਗੜੇ ਐਥਲੀਟ ਸਨ ਜੀ। ਉਹ ਦੂਜੇ ਪਾਸੇ ਉਹ ਲਏ ਗਏ ਜਿਹੜੇ ਵਿਚਾਰੇ ਰੋਜ਼ ਸਵੇਰ ਦਾ ਕੋਈ ਰੇਹੜੀ ਲਾ ਕੇ ਆ ਰਿਹਾ ਥੱਕਿਆ ਟੁੱਟਿਆ, ਕੋਈ ਸਾਰਾ ਦਿਨ ਯਾਨੀ ਕੰਮ ਕਾਰ, ਕੋਈ ਵਿਚਾਰਾ ਸਮਾਨ ਢੋਂਦਾ ਆ ਰਿਹਾ, ਕੋਈ ਰਿਕਸ਼ਾ ਚਲਾਉਂਦਾ ਆ ਰਿਹਾ। ਹਾਂਜੀ। ਤਾਂ ਇਹ ਦੋਨੋਂ ਯਾਨੀ ਇੱਕ ਪਾਸੇ ਤਗੜੀ ਕਸਰਤ ਵਾਲੇ, ਦੂਜੀ ਪਾਸੇ ਵਿਚਾਰੇ ਰੋਜ਼ ਦੇ ਕੰਮਕਾਰ ਵਾਲੇ। ਹੁਣ ਉਹਨਾਂ ਨੂੰ ਵੀ ਇੱਕ ਟਾਈਮ ਚੁਕੰਦਰ ਦਾ ਪੂਰਾ ਗਿਲਾਸ ਭਰ ਕੇ ਪਿਆਇਆ ਗਿਆ। ਇਹ ਵੇਖਣ ਵਿੱਚ ਆਇਆ, ਰੋਜ਼ ਪਿਆਇਆ ਗਿਆ ਕਿ ਉਸ ਵਿਚਲੀ ਇੰਨੀ ਤਗੜੀ ਸ਼ੱਕਰ ਦੀ ਮਾਤਰਾ ਸਦਕਾ ਤੇ ਨਾਈਟ੍ਰੇਟ ਸਦਕਾ ਤੇ ਕਾਰਬੋਹਾਈਡਰੇਟ ਸਦਕਾ, ਹਰਸ਼ਰਨ ਤੁਸੀਂ ਵੀ ਕਮਾਲ ਹੋ ਜਾਊਗੀ ਜੇ ਸੁਣੋਗੇ, ਸਿਰਫ 20 ਮਿੰਟ ਵਿੱਚ ਹੀ ਫਰਕ ਦੇਖਿਆ ਗਿਆ। ਸਾਰਿਆਂ ਨੂੰ ਥਕਾਵਟ ਘਟੀ ਮਹਿਸੂਸ ਹੋਈ ਤੇ ਤਗੜੀ ਕਸਰਤ ਕਰਨ ਤੋਂ ਪਹਿਲਾਂ ਜਿਹੜੇ 88 ਬੰਦੇ ਸੀਗੇ ਉਹਨਾਂ ਨੂੰ ਜਦੋਂ ਕਸਰਤ ਕਰਨ ਤੋਂ 20 ਮਿੰਟ ਪਹਿਲਾਂ ਪਿਆਇਆ ਗਿਆ ਤਾਂ ਸਾਰਿਆਂ ਨੇ 16% ਵੱਧ ਕਸਰਤ ਕਰ ਲਈ ਅੱਗੇ ਨਾਲੋਂ, ਤੇ ਇਹ ਵੀ ਕਹਿ ਦਿੱਤਾ ਥਕਾਵਟ ਅਜੇ ਵੀ ਮਹਿਸੂਸ ਨਹੀਂ ਹੋਈ ਜੀ। ਇੱਕ ਗਲਾਸ ਚੁਕੰਦਰ ਦਾ ਰਸ ਜੀ। ਹੁਣ ਇਹਦੇ 'ਚ ਉਹੀ ਚੀਜ਼ ਜੋ ਮੈਂ ਦੱਸ ਰਹੀ ਸਾਂ ਕਿ ਨਾਈਟ੍ਰੇਟ ਤੋਂ ਨਾਈਟ੍ਰਿਕ ਆਕਸਾਈਡ ਵਿੱਚ ਤਬਦੀਲ ਹੁੰਦੇ ਸਾਰ ਸਰੀਰ ਆਕਸੀਜਨ ਵੀ ਘੱਟ ਮੰਗਦਾ ਜੇ ਜੀ। ਬਿਨਾਂ ਥਕਾਵਟ ਤੁਸੀਂ 16% ਵੱਧ ਕਸਰਤ ਕਰ ਸਕਦੇ ਹੋ, ਵੱਧ ਤੁਰ ਸਕਦੇ ਹੋ। ਯਾਨੀ ਤੁਹਾਨੂੰ ਜਦੋਂ ਸਿਖਰਲੀ ਥਕਾਵਟ ਵੀ ਹਾਏ ਮਰਨ ਲੱਗੇ ਕੁਛ ਨਹੀਂ, ਉਦੋਂ ਤੁਸੀਂ ਆਹ ਕਿਵੇਂ ਕਮਾਲ ਕਰ ਸਕਦਾ ਕਿ ਖਿਡਾਰੀਆਂ ਨੂੰ ਜਦੋਂ ਚੁਕੰਦਰ ਦਾ ਰਸ ਪਿਆਉਣ ਤੋਂ ਬਾਅਦ ਟੈਸਟ ਕੀਤਾ ਗਿਆ ਤਾਂ ਉਹਨਾਂ ਦੇ ਇਹ ਦੇਖਿਆ ਗਿਆ ਕਿ ਚੁਕੰਦਰ ਪੱਠਿਆਂ ਨੂੰ ਇੱਕ ਹੁੰਦੀ ਜੇ ਚੀਜ਼ ਐਡੀਨੋਸਿਨ ਟ੍ਰਾਈਫਾਸਫੇਟ ਜੋ ਕਸਰਤ ਵੇਲੇ ਸਾਰੀ ਵਰਤੀ ਜਾਂਦੀ ਹੈ ਜੀ, ਇਹ ਵਰਤਣ ਹੀ ਨਹੀਂ ਦਿੰਦਾ, ਜਿਸ ਕਰਕੇ ਪੱਠਿਆਂ ਵਿੱਚ ਚੁਸਤੀ ਬਹੁਤ ਜ਼ਿਆਦਾ ਦੇਰ ਸਗੋਂ ਰਹਿ ਜਾਂਦੀ ਹੈ, ਥਕਾਵਟ ਮਹਿਸੂਸ ਹੀ ਨਹੀਂ ਹੁੰਦਾ। ਦਾ ਮਤਲਬ ਇੱਕ ਇੰਪੋਰਟੈਂਟ ਦੇਖੋ ਕਿ ਇੰਟਰਨੈਸ਼ਨਲ ਜਦੋਂ ਗੇਮਸ ਖੇਡੀਆਂ ਗਈਆਂ, ਹਰ 5 ਕਿਲੋਮੀਟਰ ਦੀ ਦੌੜ ਦੇ ਵਿੱਚ 41 ਸਕਿੰਟ ਤੱਕ ਦਾ ਫਰਕ ਪੈ ਗਿਆ ਸਿਰਫ ਇੱਕ ਗਿਲਾਸ ਚੁਕੰਦਰ ਦਾ ਰਸ ਜੀ। ਹੁਣ ਕੈਂਸਾਸ ਸਟੇਟ ਯੂਨੀਵਰਸਿਟੀ ਨੇ ਵੀ ਇਹ ਤਾਂ ਕਮਾਲ ਹੀ ਹੋ ਗਈ ਵੀ ਇੰਨਾ ਤਗੜਾ ਵੀ ਲੋਕ ਸਟੀਰੋਇਡ ਲੈ ਇਹ ਕਰ ਉਹ ਕਰ ਕੀ ਕੁਛ ਨਹੀਂ ਲਈ ਜਾਂਦੇ। ਹਾਂਜੀ। ਚੁਕੰਦਰ ਦਾ ਇੱਕ ਗਲਾਸ ਵੀ ਇੰਨੀ ਤਗੜੀ ਕਰ ਸਕਦਾ ਕਿ ਇੰਟਰਨੈਸ਼ਨਲ ਸਪੋਰਟਸ ਵਿੱਚ ਜੀ ਅਸਰ। ਤਾਂ ਹੁਣ ਉਹਨਾਂ ਨੇ ਕੈਂਸਸ ਸਟੇਟ ਯੂਨੀਵਰਸਿਟੀ ਵਿੱਚ ਬੜੀ ਡਿਟੇਲਡ ਰਿਸਰਚ 3 ਸਾਲ ਲਗਾਤਾਰ ਇਸ ਤੋਂ ਦੇ ਕੇ ਕੀਤੀ ਤਾਂ ਦੇਖਿਆ ਕਿ ਚੁਕੰਦਰ ਦੇ ਰਸ ਨਾਲ ਲੱਤਾਂ ਤੇ ਬਾਹਾਂ ਦੀਆਂ ਪੱਠਿਆਂ ਦੀਆਂ ਨਾੜੀਆਂ ਵੀ ਖੁੱਲ੍ਹਦੀਆਂ ਨੇ। ਸੋ ਵਾਧੂ ਕਸਰਤ ਜਿਹੜੀ ਕੀਤੀ ਗਈ ਸੀ ਉਹ ਥਕਾਨ ਤੋਂ ਬਗੈਰ ਸਿਰਫ ਇਸੇ ਲਈ ਹੋ ਸਕੀ ਕਿ ਪੂਰੀ ਡਾਈਟ ਉਹਨੇ ਸਾਰਾ ਸਰੀਰ ਰਵਾਂ ਕਰ ਦਿੱਤਾ। ਕਿੱਥੇ ਅੰਜਾਈਨਾ ਤੋਂ ਲੈ ਕੇ ਲੱਤਾਂ ਦੀਆਂ ਨਸਾਂ ਤੇ ਸਭ ਕੁਛ ਯਾਨੀ ਆਪ ਹੀ ਉਹ ਕੰਮ ਕਰ ਦਿੱਤਾ ਜੋ ਪੱਠਿਆਂ ਨੇ ਸਾਰਾ ਕੁਛ ਗੰਦਗੀ ਇਕੱਠੀ ਹੋਣੀ ਸੀ ਕੱਖ ਵੀ ਨਹੀਂ, ਯਾਨੀ ਇਹਨੇ ਸਭ ਕੁਛ ਬਚਾ ਕੇ ਸਰੀਰ ਐਨ ਤਰੋ ਤਾਜ਼ਾ ਨਵਾਂ ਨਰੋਇਆ ਕਰ ਦਿੱਤਾ ਜੀ ਜੀ। ਹੁਣ ਗੱਲ ਦੇਖੋ ਬਿਮਾਰੀ ਨਾਲ ਲੜਨ ਦੀ ਤਾਕਤ। ਆਪਾਂ ਕਰੋਨਾ ਫੇਜ਼ ਚੋਂ ਲੰਘੇ ਆ, ਮੇਰਾ ਖਿਆਲ ਹੈ ਇਮਿਊਨਿਟੀ ਲਈ ਤੁਸੀਂ ਖਰੇ ਖਰਬਾਂ ਹੀ ਰੁਪਏ ਵਰਤੇ ਹੋਣਗੇ, ਐਤਕੀ ਕੰਪਨੀਆਂ ਨੇ ਕਮਾਏ ਹੋਣੇ, ਤੁਹਾਨੂੰ ਵੀ ਪਤਾ ਹੀ ਹੈ, ਤੁਸੀਂ ਤਾਂ ਵਿੱਚ ਬੈਠੇ ਹੋ ਮੀਡੀਆ 'ਚ। ਬਿਲਕੁਲ ਬਿਲਕੁਲ। ਹੁਣ ਉਹ ਖਰਬਾਂ ਦੀ ਕਮਾਈ ਵਿੱਚ ਕਿੰਨਾ ਕੁਛ, ਮੇਰਾ ਖਿਆਲ ਕੋਈ ਘਰ ਮੈਨੂੰ ਤਾਂ ਨਹੀਂ ਲੱਗਦਾ ਕੋਈ ਗਰੀਬ ਤੋਂ ਗਰੀਬ ਦੀ, ਅਮੀਰ ਤੋਂ ਅਮੀਰ ਜਿਹਦੇ ਘਰ 'ਚ ਕੁਝ ਨਾ ਕੁਝ ਇਮਿਊਨਿਟੀ ਦੀ ਚੀਜ਼ ਨਹੀਂ ਪਹੁੰਚੀ। ਜੀ ਜੀ ਬਿਲਕੁਲ ਪਹੁੰਚੀ। ਉਹਦੀ ਥਾਂ ਤੇ ਚੁਕੰਦਰ ਦੀ ਇੱਕ ਫਾੜੀ, ਇੱਕ ਫਾੜੀ ਕਮਾਲ ਹੈ। ਸੈੱਲ ਰਸ ਪ੍ਰੋਟੀਨ ਆਦਿ ਨੂੰ ਟੁੱਟ ਫੁੱਟ ਤੋਂ ਬਚਾ ਵੀ ਦਿੰਦਾ, ਬਿਮਾਰੀ ਨਾਲ ਲੜਨ ਦੀ ਤਾਕਤ ਵਿੱਚ 18% ਇਨਕਰੀਜ਼ ਕਰ ਦਿੰਦਾ ਜੀ। ਜੀ ਵਾਹ, ਮਤਲਬ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੀ ਨਹੀਂ ਕੀਤਾ ਜਾਂਦਾ ਕਿ ਤੁਸੀਂ ਕਿੱਥੋਂ ਕੀ ਲੈ ਸਕਦੇ ਹੋ। ਹੁਣ ਦੇਖੋ ਨਾ, ਇੱਕ ਚੁਕੰਦਰ ਲੈ ਕੇ ਜੇ ਸਾਰਾ ਟੱਬਰ ਇਮਿਊਨ ਹੋ ਗਿਆ ਤਾਂ ਮੈਨੂੰ ਸਮਝਾਓ ਕੌਣ, ਖਿਮਾ ਕਰੀ ਸ਼ਬਦ ਮੈਂ ਬਹੁਤ ਮਾੜਾ ਵਰਤ ਰਹੀ ਹਾਂ, ਵੀ ਕੌਣ ਬੇਵਕੂਫ ਕਹੇਗਾ ਡਾਕਟਰ ਕੋਲ ਨਾ ਜਾਓ, ਦਵਾਈਆਂ ਨਾ ਖਰੀਦੋ ਤੇ ਤੁਸੀਂ ਇੱਕ ਚੁਕੰਦਰ ਦੀ ਫਾੜੀ ਖਾ ਲਓ, ਕੌਣ ਦੱਸੇਗਾ ਜੀ। ਔਰ ਇਹ ਵੱਡੀ ਗੱਲ ਹੈ ਕਿ ਇੰਨੀ ਮਹਿੰਗਾ ਵੀ ਨਹੀਂ ਇਹ ਕੋਈ, ਇਹ ਸਬਜ਼ੀ ਇੰਨੀ ਮਹਿੰਗੀ ਨਹੀਂ ਹੈ, ਆਮ ਬੰਦਾ ਇਹਨੂੰ ਖਰੀਦ ਸਕਦਾ ਆ।
ਵਿਚਾਰਾ ਰੇਹੜੀਆਂ ਤੇ ਪਿਆ ਸੁੱਕ ਜਾਂਦਾ ਤੇ ਮੈਨੂੰ ਇੰਨਾ ਹਿਰਖ ਹੁੰਦਾ ਸੀ ਕਿ ਇੰਨੀ ਕੀਮਤੀ ਚੀਜ਼ ਤੇ ਲੋਕ ਨਾ ਹੋਰ ਚੀਜ਼ਾਂ ਚੱਕੀ ਜਾਣਗੇ, ਥੋਮ ਦੇ ਗਠਲਾਂ ਦੇ ਗਠਲ ਭਰੀ ਜਾਂਦੇ ਆ, ਉਹ ਪਾ ਕੇ ਕੁਝ ਚੁਕੰਦਰ ਵੀ ਲੈ ਲਓ ਨਾਲ, ਇੱਕ ਪਹਾੜੀ ਖਾਣੀ ਹੈ ਤੁਸੀਂ। ਬਿਲਕੁਲ, ਕਿਉਂਕਿ ਕਈਆਂ ਦੀ ਬੜੀ ਸ਼ਿਕਾਇਤ ਹੁੰਦੀ ਹੈ ਵੀ ਚੁੱਭਦੀ ਹੈ ਗਲ ਦੇ ਵਿੱਚ, ਜ਼ਿਆਦਾ ਨਹੀਂ ਖਾਧੀ ਜਾ ਸਕਦੀ, ਏਦਾਂ ਕਈ ਲੋਕ ਛੱਡ ਹੀ ਦਿੰਦੇ ਨੇ। ਮੈਂ ਉਹ ਵੀ ਆਪਾਂ ਅਗਲੇ ਪ੍ਰੋਗਰਾਮ ਸਾਰੀ ਡਿਟੇਲ ਦੱਸਾਂਗੇ ਖਾਣਾ ਕਿਵੇਂ ਹੁੰਦਾ ਹੈ। ਜੀ ਪਰ ਜੀ। ਕਰੋਨਿਕ ਬਿਮਾਰੀਆਂ ਤੋਂ ਜੇ ਬਚਣਾ ਜੇ ਤਾਂ ਚੁਕੰਦਰ ਖਾਣਾ ਹੀ ਪੈਣਾ ਹੈ। ਯਾਨੀ ਕਿ ਮਤਲਬ ਜੇ ਕੋਈ, ਤੁਸੀਂ ਦੱਸਿਆ ਸੀ ਕਿ ਜੇ ਕਿਸੇ ਨੂੰ ਸ਼ੱਕਰ ਰੋਗ ਵੀ ਹੈ ਉਹ ਵੀ ਹਫ਼ਤੇ 'ਚ 3 ਵਾਰੀ ਖਾ ਸਕਦਾ, ਮਤਲਬ ਜੇ ਕੋਈ ਮਰੀਜ਼ ਵੀ ਹੈਗਾ ਉਹਦੇ ਲਈ ਵੀ ਖਾਣਾ ਇਹ ਜ਼ਰੂਰੀ ਹੈ, ਮਾਤਰਾ ਪਤਾ ਹੋਣੀ ਚਾਹੀਦੀ ਹੈ ਜੀ। ਹੁਣ ਕੈਂਸਰ ਲਈ ਦੇਖੋ ਆਪਾਂ ਗੱਲ ਕਰਨੀ ਮੈਂ ਚਾਹਾਂਗੀ, ਕਿਉਂਕਿ ਮੈਂ ਤੁਹਾਨੂੰ ਚੀਜ਼ਾਂ ਦੱਸ ਰਹੀ ਹਾਂ ਤੁਸੀਂ ਆਪ ਹੀ ਮੰਨੋਗੇ ਕਿ ਵਾਕਈ ਚਮਤਕਾਰੀ ਜੇ। ਪਰ ਲੋਈ ਹੈ ਕਿ ਜਦ ਤੱਕ ਸਾਨੂੰ ਨਹੀਂ ਨਾ ਪਤਾ ਲੱਗੇਗਾ, ਸ਼ੇਅਰ ਨਹੀਂ ਕੀਤੀ ਤੇ ਉਦੋਂ ਤੱਕ ਅਸੀਂ ਵਰਤ ਢੰਗ ਵੀ ਨਹੀਂ ਅਗਲੀ ਵਾਰ ਦਾ ਅਗਲਾ ਪ੍ਰੋਗਰਾਮ ਕੈਂਸਲ ਕਰ ਦਾਂਗੇ ਜੀ। ਕਿਉਂਕਿ ਜੇ ਆਪਾਂ ਦੋਵੇਂ ਜੇ ਸੋਚਦੇ ਹਾਂ ਕਿ ਸਾਰਿਆਂ ਦਾ ਭਲਾ ਹੋਵੇ, ਜਿੰਨੇ ਜਣੇ ਠੀਕ ਹੋ ਸਕਦੇ ਨੇ, ਵਾਹਿਗੁਰੂ ਸਾਰਿਆਂ ਨੂੰ ਬਿਲਕੁਲ, ਕਮ ਸੇ ਕਮ ਅਸੀਂ ਆਪਣੇ ਦੋਸਤਾਂ ਮਿੱਤਰਾਂ 'ਚ ਤਾਂ ਜ਼ਰੂਰ ਸਾਂਝਾ ਕਰੀਏ, ਜਿੰਨਿਆਂ ਨੂੰ ਵੀ ਅਸੀਂ ਜਾਣਦੇ ਹਾਂ। ਬਿਲਕੁਲ ਬਿਲਕੁਲ। ਤੇ ਕੋਈ ਇੱਕ ਹੋਰ ਜਣੇ ਦੀ ਵੀ ਆਪਾਂ ਇਸੇ ਤਰ੍ਹਾਂ ਤੰਦਰੁਸਤ ਉਹਨੂੰ ਰੱਖ ਸਕੀਏ ਤਾਂ ਸ਼ੁਕਰ ਕਰਦੇ ਹਾਂ ਵਾਹਿਗੁਰੂ ਕਿ ਇੰਨੀ ਕੁ ਚੀਜ਼ ਨਾਲ ਹੀ ਕਿਸੇ ਨੂੰ ਠੀਕ ਰੱਖ ਸਕਦੇ ਹਾਂ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਮੈਂ ਵੀ ਤੁਹਾਨੂੰ ਦੱਸਾਂਗੀ ਕਿ ਪਰਸਨਲੀ ਮੈਂ ਜਿੰਨੇ ਅਸੀਂ ਡੇਲੀ ਬੁਲੇਟਿਨ ਕਰਦੇ ਹਾਂ, ਕੋਈ ਖਾਸ ਰਿਪੋਰਟਸ ਕਰਦੇ ਹਾਂ, ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਪ੍ਰੋਗਰਾਮ ਸਾਂਝਾ ਕਰਦੀ ਹੋਵਾਂਗੀ ਵਟਸਐਪ ਤੇ ਕਿਸੇ ਨੂੰ ਭੇਜਤਾ ਜਾਂ ਫੇਸਬੁੱਕ ਤੇ, ਨਾ ਹੀ ਤਾਂ ਸਮਾਂ ਹੁੰਦਾ। ਪਰ ਇਹ ਪ੍ਰੋਗਰਾਮ ਮੈਂ ਜ਼ਰੂਰ ਭੇਜਦੀ ਹਾਂ ਆਪਣੀ ਫੈਮਿਲੀ ਗਰੁੱਪਾਂ ਦੇ ਵਿੱਚ, ਕਿ ਕਿਉਂਕਿ ਇਹ ਤੋਂ ਪਤਾ ਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਪ੍ਰੋਗਰਾਮ ਹੈ। ਮੈਨੂੰ ਲੱਗਦਾ ਸਾਡੀ ਹਰ ਕਿਸੇ ਦੀ, ਇਹਦਾ ਇਹ ਮਤਲਬ ਨਹੀਂ ਕਿ ਅਸੀਂ TRP ਲੈਣੀ ਹੈ, ਵਿਊਜ਼ ਵਧਾਉਣੇ ਆ, ਇਹਦਾ ਇਹ ਹੁੰਦਾ ਹੈ ਮਨ ਦੇ ਵਿੱਚ ਇੱਕ ਕਿ ਸਾਰੇ ਸੁਣਨ ਤੇ ਇਹਦੇ ਤੇ ਅਸਰ ਕਰਨ, ਤਾਂ ਕਿ ਸਿਹਤ ਹੈ ਜਿਹੜੀ ਉਹ ਚੰਗੀ ਰਹੇ ਮੌਤ ਤੱਕ, ਹਨਾ। ਜਿਹੜਾ ਵਿਚਾਰਾ ਅੱਜ ਨਾ ਸਿਲੰਡਰ ਖਰੀਦ ਸਕਣ ਜੋਗਾ ਹੋਇਆ, ਨਾ ਉਧਰੋਂ ਕੀ ਬਿਜਲੀ ਵਧੀ ਜਾਂਦੀ, ਪੈਟਰੋਲ ਵੱਖ, ਹਰ ਆਮ ਬੰਦਾ ਵੀ ਇਸ ਵੇਲੇ ਇੰਨਾ ਕੁ ਔਖਾ ਹੈ ਕਿ ਮੈਨੂੰ ਨਹੀਂ ਲੱਗਦਾ ਕੋਈ ਘਰ ਹੋਣਾ ਜਿੱਥੇ ਦਵਾਈਆਂ ਨਾ ਜਾਂਦੀਆਂ ਹੋਣ। ਅਸੀਂ ਯਾਨੀ ਹਰ ਮਹੀਨੇ ਆਪਣੇ 30% ਤਾਂ ਆਮਦਨ ਦਾ ਦਵਾਈਆਂ ਤੇ ਬਿਮਾਰੀਆਂ ਤੇ ਸਭ ਦਾ ਵਿਚਾਰਿਆਂ ਦਾ ਲੱਗੀ ਜਾਂਦਾ। ਤੇ ਜੇ ਚੁਕੰਦਰ ਨਾਲ ਅਸੀਂ ਇੰਨੀਆਂ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਤੇ ਕੀ ਜਿਹੜੀ ਚੁਕੰਦਰ ਹੈ ਹੀ ਕਿੰਨੀ, ਜੇ ਸਾਰਾ ਟੱਬਰ ਰੋਜ਼ ਇੱਕ ਖਾਈ ਜਾਵੇ ਤਾਂ ਕੋਈ ਐਸੀ ਗੱਲ ਨਹੀਂ। ਪਰ ਕੈਂਸਰ ਲਈ ਹੁਣ ਦੇਖੋ ਕਿੰਨੀ ਕਮਾਲ ਦੀ ਚੀਜ਼ ਹੈ ਜੀ ਡਾਕਟਰ ਸਾਹਿਬ। ਤੇ ਚੁਕੰਦਰ ਵਿਚਲਾ ਉਹ ਤੱਤ ਜਿਹੜਾ ਜਿਸ ਨਾਲ ਖਾਸ ਤੌਰ ਤੇ ਇਹਦਾ ਰੰਗ ਗੂੜਾ ਲਾਲ ਬਣਦਾ, ਉਹ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਜੇ ਜੀ। ਮੈਂ ਫਿਰ ਦੁਬਾਰਾ ਦੱਸਦੇ ਹਾਂ ਕਿ ਜਾਦੂ ਟੋਣਾ ਨਹੀਂ ਹੁੰਦਾ। ਮੈਂ ਹਰ ਪ੍ਰੋਗਰਾਮ 'ਚ ਇਹੋ ਕਹਿੰਦੀ ਹਾਂ ਕਿ ਬੜੇ ਫੋਨ ਵੀ ਆ ਜਾਂਦੇ ਨੇ ਕਿ ਅਸੀਂ ਜੀ ਖਾ ਲਿਆ ਆ ਤੁਹਾਡੇ ਕਹੇ ਤੇ ਮੈਨੂੰ 2 ਦਿਨ ਹੋ ਗਏ ਖਾਦਿਆਂ, ਮੇਰੀ ਬਿਮਾਰੀ ਠੀਕ ਨਹੀਂ ਹੋਈ। ਇਸ ਤਰ੍ਹਾਂ ਨਹੀਂ ਹੁੰਦਾ, ਕਾਲੇ ਪੈ ਜਾਂਦੇ ਹਾਂ ਅਸੀਂ। ਬਿਲਕੁਲ, ਇਹਨੂੰ ਵਰਤਣਾ ਸਹਿਜ ਨਾਲ ਤੇ ਸੋਝ ਨਾਲ ਹੁੰਦਾ ਤੇ ਲਗਾਤਾਰ ਵਰਤੋ। ਪਰ ਕੱਲਾ ਇੱਕ ਚੁਕੰਦਰ ਤੁਹਾਨੂੰ ਤੁਸੀਂ ਕਹੋਗੇ ਕਿ ਜਾਦੂ ਟੂਣਾ ਕਰ ਦੇਵੇ, ਤੁਹਾਨੂੰ ਨਾਲ ਸਿਹਤਮੰਦ ਖੁਰਾਕ ਵੀ ਚਾਹੀਦੀ ਹੈ ਤੇ ਕਸਰਤ ਹਰ ਹਾਲ ਚਾਹੀਦੀ ਜੇ। ਜੀ ਜੀ। ਰੋਜ਼ ਕਸਰਤ ਦੀ ਇੰਪੋਰਟੈਂਸ ਨਾ ਘਟਾਇਓ, ਘੱਟੋ ਘੱਟ 40 ਮਿੰਟ ਹਰ ਰੋਜ਼ ਫਾਸਟ ਵਾਕਿੰਗ ਕਰੋ, ਰਨਿੰਗ ਕਰੋ, ਸਾਈਕਲਿੰਗ ਕਰੋ, ਸਵਿਮਿੰਗ, ਜੋ ਵੀ, ਯਾਨੀ ਅੱਜ ਕੱਲ੍ਹ ਸਵਿਮਿੰਗ ਨਹੀਂ ਹੋ ਸਕਦੀ ਪਰ ਹਰ ਚੀਜ਼ ਤੁਸੀਂ ਕਸਰਤ ਦਾ ਜ਼ਰੂਰ ਇੱਕ ਲਾਜ਼ਮੀ ਆਪਣਾ ਹਿੱਸਾ ਬਣਾਓ ਇਹਨੂੰ ਜ਼ਿੰਦਗੀ ਦਾ। ਤੇ ਜਿਹੜੇ ਖੋਜ ਹੋ ਚੁੱਕੀ ਕੈਂਸਰ ਦੇ ਪੇਸ਼ੈਂਟਸ ਤੇ ਉਹ ਸੀ ਪੈਨਕ੍ਰੀਆਸ ਦਾ, ਛਾਤੀ ਦਾ ਤੇ ਗਲੂਦ ਦੇ ਕੈਂਸਰਾਂ ਉੱਤੇ ਖੋਜ ਕੀਤੀ ਗਈ ਸੀ। ਇਹ ਖੋਜ ਪਹਿਲਾਂ ਜਾਨਵਰਾਂ ਉੱਤੇ ਕੀਤੀ ਗਈ ਸੀ ਤੇ ਉਹਨਾਂ ਨੇ ਦੇਖਿਆ ਕਿ ਕੈਂਸਰ ਸੈੱਲਸ ਦੀ ਗਰੋਥ ਅੱਧੇ ਤੋਂ ਵੀ ਘੱਟ ਰਹਿ ਜਾਂਦੀ ਹੈ, ਯਾਨੀ ਖਤਮ ਨਹੀਂ ਹੋਏ ਸਨ ਪਰ ਉਹਨਾਂ ਦੇ ਫੈਲਣ ਦੀ ਸਪੀਡ ਅੱਧੇ ਤੋਂ ਵੀ ਘੱਟ ਰਹਿ ਗਈ ਜੀ। ਹੁਣ ਅਸੀਂ ਜਿਹੜੀ ਜਾਨਵਰਾਂ ਤੇ ਕੀਤੀ ਗਈ ਉਸ ਤੋਂ ਬਾਅਦ, ਕਿਉਂਕਿ ਇਹ ਲਾਲ ਗੂੜਾ ਰੰਗ ਹੋਰ ਕਿਸੇ 'ਚ ਹੈ ਹੀ ਨਹੀਂ ਤਾਂ ਇਸੇ ਕਰਕੇ ਸਿਰਫ ਇਸੇ 'ਚ ਹੀ ਲੱਭਦੇ ਨੇ ਤੱਤ। ਉਸ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਵਾਸ਼ਿੰਗਟਨ 'ਚ ਫਿਰ ਉਹਨਾਂ ਨੇ ਬੰਦਿਆਂ ਤੇ ਖੋਜ ਕੀਤੀ। ਉਹਦੇ 'ਚ ਫੇਫੜੇ ਤੇ ਚਮੜੀ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਇਹਦੇ ਰਸ ਦੇ ਨਾਲ ਉਹਨਾਂ ਨੂੰ ਦੇਣ ਦਾ ਸ਼ੁਰੂ ਕੀਤਾ ਹੋਇਆ ਜੀ। ਇਹ ਮੈਂ ਹੁਣ ਲਾਸਟ ਟਾਈਮ ਜਦੋਂ ਗਈ ਵੀ ਸਾਂ ਵਾਸ਼ਿੰਗਟਨ ਤੇ ਮੈਂ ਇੱਕ ਡਾਕਟਰ ਹੀ ਸਨ, ਸਾਡੇ ਕਲੀਗ ਹੀ ਸਨ, ਇੱਥੋਂ ਹੀ ਗਏ ਹੋਏ,
ਉਹਨਾਂ ਦੇ ਵੀ ਕੈਂਸਰ ਦਾ ਆਪਰੇਸ਼ਨ ਹੋਇਆ ਤੇ ਉਹ ਰੈੱਡ ਇਸ ਤਰ੍ਹਾਂ ਪਿਆ ਸੀ ਤੇ ਮੈਂ ਪੁੱਛਿਆ ਕੀ ਦਵਾਈ ਹੈ ਤੇ ਉਹ ਵੀ ਮੁਸਕਰਾ ਕੇ ਕਹਿਣ ਲੱਗੇ ਦਵਾਈ ਨਹੀਂ, ਚੁਕੰਦਰ ਹੈ। ਸੋ ਇਹ ਖੋਜ ਹਾਲੇ ਤੱਕ ਜਾਰੀ ਵੀ ਹੈ ਜੀ। ਉਹ ਫੈਲੇ ਕੈਂਸਰ ਜਿਨ੍ਹਾਂ 'ਚ ਯਕੀਨ ਸੀ ਕਿ ਸ਼ਾਇਦ 2-2.5 ਮਹੀਨੇ ਹੀ ਜ਼ਿੰਦਗੀ ਹੋਵੇ, ਉਹ 8-8 ਮਹੀਨੇ ਤੱਕ ਅਜੇ ਜ਼ਿੰਦਾ ਨੇ, ਇਹ ਲੈ ਰਹੇ ਨੇ, ਅਜੇ ਵੀ ਖੋਜਾਂ ਜਾਰੀ ਨੇ ਜੀ। ਲਹੂ ਦੇ ਕੈਂਸਰ ਦੇ ਮਰੀਜ਼ਾਂ ਨੂੰ ਚੁਕੰਦਰ ਤੇ ਗਾਜਰ ਦਾ ਰਸ ਮਿਲਾ ਕੇ ਖੋਜ ਕੀਤੀ ਗਈ ਸੀ, ਉਹਦੇ ਵਿੱਚ ਵੀ ਕਾਫੀ ਪੋਜ਼ਿਟਿਵ ਰਿਜ਼ਲਟਸ ਆਏ। ਉਹਦੇ ਵਿੱਚ ਮੈਂ ਦੱਸ ਦਿਆਂ ਕਿ ਇਹਨਾਂ ਸਾਰੇ ਤਰ੍ਹਾਂ ਦੇ ਕੈਂਸਰ ਵਿੱਚ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਸਨ। ਜੀ ਜੀ। ਫਰਾਂਸੀਸੀ ਖੋਜ ਪੱਤਰ ਜਿਹੜਾ ਹੁਣੇ ਛਪਿਆ ਉਹਦੇ ਵਿੱਚ ਵੀ ਕੈਂਸਰ ਦੇ ਸੈੱਲਾਂ ਨੂੰ ਫੈਲਣ ਤੋਂ ਰੋਕਣ ਵਿੱਚ ਚੁਕੰਦਰ ਦੀ ਕਾਫੀ ਜ਼ਬਰਦਸਤ ਰੋਲ ਬਾਰੇ ਲਿਖਿਆ ਕਿ ਬਹੁਤ ਅਸਰਦਾਰ ਜੇ, ਇਹਦੇ ਤੇ ਹੋਰ ਖੋਜਾਂ ਦੀ ਵੀ ਲੋੜ ਹੈ ਕਿ ਵੱਖੋ ਵੱਖ ਹੋਰ ਕੈਂਸਰ ਜਿਹੜੇ ਨੇ ਉਹਨਾਂ ਤੇ ਵੀ ਇਹ ਦਿੱਤਾ ਜਾਵੇ। ਯਾਨੀ ਜਿਹਨੂੰ ਦੇ ਦਿਨ ਆਪਾਂ ਕਹੀਏ ਵਾਹਿਗੁਰੂ ਮਿਹਰ ਕਰੇ ਸਾਰਿਆਂ ਨੂੰ ਤੰਦਰੁਸਤ ਰੱਖੇ, ਲੰਬੀ ਉਮਰ ਦੇਵੇ। ਜੇ ਕੋਈ ਇਸ ਤਰ੍ਹਾਂ ਪੀੜਤ ਹੈ ਤੇ ਉਹ ਜ਼ਰੂਰ ਉਹਨੂੰ ਇਹ ਟਰਾਈ ਕਰਨਾ ਚਾਹੀਦਾ ਜਿਸ ਤੋਂ ਫਾਇਦਾ ਲਿਆ ਜਾ ਸਕਦਾ ਹੈ। ਬਿਲਕੁਲ ਡਾਕਟਰ ਸਾਹਿਬ। ਜਿੱਥੋਂ ਤੱਕ ਫਾਈਬਰ ਦੀ ਭਰਪੂਰ ਜਿੰਨਾ ਇਹ ਹੈ, ਜਿਵੇਂ ਮੈਂ ਦੱਸਿਆ ਸੀ ਅੱਗੇ, ਵਿਟਾਮਿਨ ਸੀ, ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਡੀ, ਫੋਲੇਟ, ਇਹ ਸਾਰੇ ਵੈਸੇ ਹੀ ਆਪਣੇ ਆਪ ਬਿਮਾਰੀਆਂ ਨਾਲ ਲੜਨ ਦੀ ਤਾਕਤ ਕਾਫੀ ਵਧਾ ਦਿੰਦੇ ਨੇ, ਅੰਗਾਂ ਨੂੰ ਸਿਹਤਮੰਦ ਰੱਖਦੇ ਨੇ। ਪਰ ਗੱਲ ਆ ਜਾਂਦੀ ਜੇ ਫਾਈਬਰ ਦੀ ਤਾਂ ਸਮਝੋ ਅੰਤੜੀਆਂ ਦੇ ਰੋਗ ਤਾਂ ਵੈਸੇ ਹੀ ਠੀਕ ਹੋ ਜਾਂਦੇ ਨੇ ਜੇ ਆਪਾਂ ਰੈਗੂਲਰ ਫਾਈਬਰ ਲੈਂਦੇ ਰਹੀਏ ਜੀ। ਇਸ ਵਿਚਲੀ ਇੱਕ ਬੀਟਾਲਿਨ ਜੋ ਹੈ ਇਹਦੇ ਵਿੱਚ ਭਰੀ ਹੋਈ, ਉਹ ਸਰੀਰ ਦਾ ਜੋ ਨਾਰਮਲ ਸੈੱਲ ਜਿਹੜੇ ਟੁੱਟਦੇ ਨੇ ਰੋਜ਼ਾਨਾ, ਉਹਨਾਂ ਮਤਲਬ ਅਸੀਂ ਸਾਰਾ ਜ਼ੋਰ, ਕੋਈ ਕਿਡਨੀ ਕੱਢਦੀ ਪਈ ਹੈ, ਕਿਤੇ ਕੁਛ, ਸਾਰੇ ਆਪੋ ਆਪਣਾ ਜ਼ੋਰ ਲਾਉਂਦੇ ਨੇ। ਉਹ ਸਾਰੇ ਅੰਗਾਂ ਦਾ ਕੰਮਕਾਰ ਉਹਨਾਂ ਨੂੰ ਕਹਿੰਦਾ ਤੁਸੀਂ ਆਰਾਮ ਕਰੋ, ਕੋਈ ਨਾ ਮੈਂ ਆ ਗਿਆ, ਮੈਂ ਇਹ ਟੁੱਟ ਫੁੱਟ ਸਾਰੀ ਅੰਦਰੋਂ ਸਾਫ਼ ਕਰ ਦਿੰਦਾ। ਯਾਨੀ ਜਿਵੇਂ ਫਰਸ਼ ਤੇ ਲਹੂ ਡੁੱਲਿਆ ਹੋਵੇ ਜੀ, ਜਾਂ ਕੋਈ ਦਾਗ ਪਿਆ, ਜਿਵੇਂ ਬਾਲਟੀਆਂ ਪਾ ਕੇ ਉਹਨੂੰ ਸਾਫ਼ ਕਰਨਾ ਹੋਏ, ਐਗਜ਼ੈਕਟਲੀ ਉਹੀ ਚੁਕੰਦਰ ਅੰਦਰੋਂ ਸਰੀਰ ਦੇ, ਇਹਦੀ ਜੋ ਬੀਟਾਲਿਨ ਹੈ ਉਹ ਆਪਣੇ ਆਪ ਸਫਾਈ ਕਰਕੇ ਅੰਦਰੋਂ ਧੋ ਕੇ ਸਾਫ਼ ਕਰ ਦਿੰਦੀ ਹੈ ਜੀ। ਹੁਣ ਇੱਕ ਚੁਕੰਦਰ ਉੱਪਰਲੇ ਪੱਤਿਆਂ ਦੀ ਗੱਲ ਕਰੀਏ ਜੀ ਜੀ, ਕਿ ਆਪਾਂ ਫੁੱਲ ਗੋਭੀ ਦੇ ਵੀ ਕੀਤੇ। ਬਿਲਕੁਲ ਬਿਲਕੁਲ, ਪੱਤੇ ਬੜੇ ਕੀਮਤੀ ਨੇ ਫੁੱਲ ਗੋਭੀ ਦੇ। ਠੀਕ ਹੈ, ਹੁਣ ਫਿਰ ਜਦੋਂ ਮੈਂ ਹੁਣ ਗੱਲ ਦੱਸਾਂਗੀ ਤਾਂ ਆਪਾਂ, ਮੇਰਾ ਖਿਆਲ ਹੈ ਅੱਗੇ ਤੋਂ ਸ਼ਾਇਦ ਸਭ ਨੂੰ ਸਮਝ ਆ ਜਾਏ ਕਿ ਜੇ ਚੁਕੰਦਰ ਦੇ ਸਿਰੇ ਉੱਪਰੋਂ ਨਿਕਲ ਰਹੇ ਪੱਤੇ ਸੁੱਟ ਦਿੱਤੇ ਜੇ ਤਾਂ ਮਤਲਬ ਸਮਝ ਲਓ ਤੁਸੀਂ ਪੌਣਾ ਜੋ ਮੈਂ ਫਾਇਦੇ ਸੁਣਾ ਰਹੀ ਹਾਂ ਉਹ ਤੁਸੀਂ ਸੁੱਟਤੇ ਜੀ। ਮਤਲਬ ਪੱਤਿਆਂ ਦੇ ਵਿੱਚ ਵੀ ਉਨੇ ਫਾਇਦੇ ਆ ਜਿੰਨੇ ਚੁਕੰਦਰ ਦੀ ਫਾੜੀ ਚ ਨੇ। ਜੀ ਨਹੀਂ ਜੀ, ਨਹੀਂ, ਉਸ ਤੋਂ 2/3 ਵੱਧ ਨੇ। 1/3 ਚੁਕੰਦਰ ਵਿੱਚ ਜੇ, 2/3 ਉਹਦੇ ਉੱਪਰਲੇ ਪੱਤਿਆਂ ਚ ਜੇ। ਜੀ ਜੀ, ਕਮਾਲ ਹੈ ਕੁਦਰਤ ਵੀ। ਸੋ ਸਭ ਤੋਂ ਵੱਧ ਸਰੀਰ ਨੂੰ ਸਿਹਤਮੰਦ ਰੱਖਣ ਵਾਲਾ, ਕੈਂਸਰ ਵਾਲਾ, ਜੋ ਮੈਂ ਸਾਰੀਆਂ ਚੀਜ਼ਾਂ, ਥਕਾਵਟ, ਹਰ ਚੀਜ਼, ਉਹ ਪੱਤੇ ਜਿਹੜੇ ਬਰੀਕ ਬਰੀਕ ਪੁੰਗਰ ਦੇ ਕੋਮਲ ਕੋਮਲ ਉੱਪਰਲੇ ਨੇ, ਹਰ ਵਿੱਚ ਚੁਕੰਦਰ ਦੇ ਨਾਲ ਹੀ ਜੂਸ ਵਿੱਚ ਵੀ ਪੈਣਗੇ, ਤੇ ਜੇ ਕੱਚਾ ਖਾਣਾ ਜੇ ਤਾਂ ਵੀ ਉਹ ਨਾਲ ਖਾਣੇ ਪੈਣੇ ਜੇ। ਨਹੀਂ ਤਾਂ ਫਿਰ ਉਹੀ ਗੱਲ ਹੈ, 1/3 ਲੈ ਕੇ ਤੁਸੀਂ ਕਹੋਗੇ ਫਰਕ ਨਹੀਂ ਪਿਆ, ਪੈਣਾ ਹੀ ਨਹੀਂ, ਜਦੋਂ ਤੁਸੀਂ ਅਸਲ ਚੀਜ਼ ਤਾਂ ਫੋਕ ਸਮਝ ਕੇ ਸੁੱਟ ਦਿੰਦੇ ਜੀ। ਉਸ ਪੱਤਿਆਂ ਵਿੱਚ ਜ਼ਰਾ ਹੁਣ ਧਿਆਨ ਨਾਲ ਸੁਣੋ ਕੀ ਜੇ, ਪ੍ਰੋਟੀਨ, ਫੋਸਫੋਰਸ, ਜ਼ਿੰਕ, ਫਾਈਬਰ, ਵਿਟਾਮਿਨ B6, ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ, ਮੈਂਗਨੀਜ਼, ਵਿਟਾਮਿਨ A, ਵਿਟਾਮਿਨ C, ਕੈਲਸ਼ੀਅਮ ਤੇ ਲੋਹ ਕਣ। ਤੇ ਹੈਰਾਨ ਤੋਂ ਵੀ ਵੱਧ ਹੈ ਕਿ ਇੱਕੋ ਇੱਕ ਇਹੀ ਚੀਜ਼ ਹੈ ਜਿਸ ਚ ਪਾਲਕ ਤੋਂ ਵੀ ਵੱਧ ਲੋਹ ਕਣ ਸਿਰਫ ਚੁਕੰਦਰ ਉੱਪਰਲੇ ਉਹ ਨਿੱਕੇ ਨਿੱਕੇ ਪੱਤਿਆਂ ਚ ਜੇ। ਜੀ ਜੀ, ਯਾਨੀ ਪਾਲਕ ਦੀ ਕੌਲੀ ਤੇ ਉਹ ਚੁਕੰਦਰ ਦੇ 4 ਪੱਤੇ। ਤੁਸੀਂ ਦੇਖੋ ਜ਼ਰਾ ਕੀ ਕਮਾਲ ਕੁਦਰਤ ਨੇ ਭਰੀ ਜੇ। ਤੇ ਪੱਤੇ ਅਸੀਂ ਚੁਕੰਦਰ ਦੇਣ ਲੱਗਿਆ ਹੀ ਮੈਨੂੰ, ਮੈਂ ਕਿੰਨਾ ਹੀ ਲੜ ਹਟਾਂ ਉਹ ਰੇਹੜੀ ਵਾਲੇ ਨਾਲ, ਵਿਚਾਰੇ ਨਾਲ, ਉਹ ਨਹੀਂ ਸਮਝਦਾ। ਉਹਨੂੰ ਕਹੋ ਚੁਕੰਦਰ ਦੇ, ਉਹ ਕੜਕ ਦੇਣੇ, ਪਹਿਲਾਂ ਪੱਤੇ ਸੁੱਟ ਦਿੰਦਾ ਤੇ ਬਾਕੀ ਚੁਕੰਦਰ ਸੁਣਦਾ ਹੀ ਨਹੀਂ। ਜੀ ਜੀ, ਇਹਨਾਂ ਪੱਤਿਆਂ ਬਾਰੇ ਆਪਾਂ ਦੱਸ ਕੇ ਫਿਰ ਇਹ ਖਤਮ ਕਰਾਂਗੇ ਬਾਕੀ ਅਗਲੀ ਵਾਰ, ਕਿਉਂਕਿ ਬਹੁਤ ਸਾਰੀਆਂ ਮੈਂ ਦੱਸਿਆ ਜਿਵੇਂ 24 ਹੋਰ ਬਿਮਾਰੀਆਂ ਨੇ। ਹਾਂਜੀ, ਕਿਵੇਂ ਨੇ ਉਹ ਵੀ ਗੱਲ ਕਰਾਂਗੇ, ਉਹਦੇ ਲਈ ਟਾਈਮ ਵੀ ਚਾਹੀਦਾ। ਬਿਲਕੁਲ ਡਾਕਟਰ। ਇਹਨਾਂ ਨੂੰ ਰੈਗੂਲਰ ਤੌਰ ਉੱਤੇ ਜੇ ਖਾਂਦੇ ਰਹੀਏ ਤਾਂ ਤੁਸੀਂ ਜਿੱਥੇ ਹੱਡੀਆਂ ਮਜ਼ਬੂਤ ਰੱਖ ਸਕਦੇ ਹੋ,
osteoporosis ਜੋ ਕਿ ਹੱਡੀਆਂ ਦਾ ਖੁਰਨਾ ਉਮਰ ਦੇ ਨਾਲ, ਉਸ ਤੋਂ ਬਚਾਓ ਹੋ ਸਕਦਾ। ਤੇ ਕਮਾਲ ਦੇਖੋ ਕਿ ਅਲਜ਼ੀਮਰ ਬਿਮਾਰੀ, ਭੁੱਲ ਜਾਣ ਵਾਲੀ, ਜਿਵੇਂ ਅਸੀਂ ਕਹਿੰਦੇ ਹਾਂ 70 ਹੋ ਗਏ, ਉਸ 'ਚ ਯਾਦਾਸ਼ਤ ਵੀ ਜ਼ਿਆਦਾ ਦੇਰ ਟਿਕੀ ਰਹਿੰਦੀ ਹੈ। ਤੇ ਇਹ ਸੈੱਲ ਤਗੜੇ ਕਰਦਾ ਤੇ ਐਂਟੀਬੋਡੀਜ਼ ਬਣਾ ਦਿੰਦਾ ਜੇ ਤਗੜੀਆਂ। ਸਮਝ ਲਓ ਕਿ ਕੁਛ ਕਰਦੇ ਰਹੇ ਆ ਤੇ ਆਹ 4 ਪੱਤਿਆਂ ਨੇ ਉਹ ਕਮਾਲ ਕਰ ਦੇਣਾ ਸੀ। ਸੋ ਰੂਸ ਵਿੱਚ ਮੈਂ ਦੱਸ ਦਿਆਂ ਕਿ ਚੁਕੰਦਰ ਇਸ ਵੇਲੇ ਰਸ਼ੀਆ 'ਚ ਬਹੁਤ ਜ਼ਿਆਦਾ ਵਰਤੋਂ 'ਚ ਹੋ ਰਿਹਾ। ਅੱਛਾ। ਉਹਨਾਂ ਨੇ ਇਮਿਊਨਿਟੀ ਵਧਾਉਣ ਲਈ ਇਸੇ ਨੂੰ ਸਿਰਫ ਵਰਤਿਆ। ਹਰ ਸਲਾਦ ਵਿੱਚ ਕੱਦੂਕਸ ਕਰ ਦਿੰਦੇ ਨੇ ਚੁਕੰਦਰ ਤੇ ਨਾਲ ਪੱਤੇ। ਈਵਨ ਉਹਨਾਂ ਨੇ ਅੱਜ ਕੱਲ੍ਹ ਹੁਣ ਮੀਟ, ਸੂਪ ਸਭ 'ਚ ਪਾ ਰਹੇ ਨੇ, ਸਬਜ਼ੀਆਂ ਵਿੱਚ ਈਵਨ ਰੰਗ ਜੇ ਬਦਲਣਾ ਹੋਵੇ ਉਹਦੇ ਲਈ ਵੀ ਚੁਕੰਦਰ ਦੀ ਵਰਤੋਂ ਹੋ ਰਹੀ ਹੈ। ਤੇ ਰਸ਼ੀਅਨ ਇਸ ਕਦਰ ਜੇ ਪੁਰਾਣੀਆਂ ਕਹਾਣੀਆਂ ਵਿੱਚ ਉਹਨਾਂ 'ਚ ਝਾਤ ਮਾਰ ਲਓ ਨਾ, ਉਸ 'ਚ ਇਹ ਤੱਕ ਚੁਕੰਦਰ ਲਈ ਲਿਖਿਆ ਮਿਲਦਾ ਕਿ ਜੇ ਲੜਕਾ ਲੜਕੀ ਇੱਕੋ ਚੁਕੰਦਰ 'ਚੋਂ 2 ਹਿੱਸੇ ਖਾ ਲੈਣ ਤਾਂ ਉਹਨਾਂ ਦਾ ਆਪਸ ਵਿੱਚ ਪਿਆਰ ਪੈ ਜਾਂਦਾ। ਯਾਨੀ ਉਹਦਾ ਮਕਸਦ ਇਹ ਸੀ ਦੱਸਣਾ ਕਿ ਚੁਕੰਦਰ ਵਰਗੀ ਮੁੱਲਵਾਨ ਸਬਜ਼ੀ ਕੋਈ ਹੋਰ ਹੈ ਹੀ ਨਹੀਂ ਤੇ ਧਰਤੀ ਇਸ ਤੋਂ ਵਧੀਆ ਕੋਈ ਦੂਜੀ ਮਿਸਾਲ ਮਿਲਣੀ ਹੀ ਨਹੀਂ। ਬਿਲਕੁਲ। ਸੋ ਆਪਾਂ ਜ਼ਰੂਰ ਗੱਲ ਕਰਾਂਗੇ। ਜਾਂਦੇ ਜਾਂਦੇ ਇੱਕ ਆਖਰੀ ਚੀਜ਼ ਦੱਸਦੇ ਹਾਂ ਕਿ ਚੁਕੰਦਰ ਦੀਆਂ ਕਿਸਮਾਂ ਦੇ ਬਾਰੇ ਜ਼ਰੂਰ ਪਤਾ ਹੋਵੇ। ਇਹਦੀਆਂ ਕਿਸਮਾਂ ਨੇ ਚਿਓਗੀਆ, ਤੁਸੀਂ ਜੋ ਦੇਖ ਸਕਦੇ ਹੋ, ਫਾਰਮਾਵਾ, ਸੁਨਹਿਰੀ, ਡੈਟਰੋਇਟ, ਗਾੜਾ ਲਾਲ, ਹਰੀ ਪੱਤੀ ਲੁੱਜ਼ ਵੀ ਨਾਮ ਨਾਲ ਆਉਂਦਾ ਜੀ, ਫਿਰ ਚਿੱਟੀ ਵੀ ਹੈ। ਇਸੇ ਤਰ੍ਹਾਂ ਵੱਖੋ ਵੱਖਰੇ ਰੰਗਾਂ 'ਚ, ਚਿਤਕਬਰੇ, ਆਕਾਰ 'ਚ, ਲੰਬਾਈ 'ਚ ਵੱਖੋ ਵੱਖ ਨਾਂ ਉਸੇ ਹਿਸਾਬ ਨਾਲ ਰੱਖ ਦਿੱਤੇ ਗਏ ਨੇ। ਪਰ ਅੱਗੋਂ ਆਪਾਂ ਹੁਣ ਦੱਸਾਂਗੇ ਅਗਲੀ ਵਾਰ ਕਿ ਕਿਵੇਂ ਲਹੂ ਵਗਦੇ ਨੂੰ ਵੀ ਰੋਕਣ ਲਈ ਚੁਕੰਦਰ ਅਸਰਦਾਰ ਜੇ, ਜਾਂ ਹੋਰ ਜਿਗਰ ਲਈ, ਜਾਂ ਜਿੰਨੇ ਵੀ ਤੁਸੀਂ ਈਵਨ ਜਿਹੜੇ ਵਿਆਗਰਾ ਦੀ ਗੋਲੀ ਤੱਕ ਇੱਥੋਂ ਜਦੋਂ ਬਣ ਰਹੀ ਹੋਵੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਅਗਲਾ ਪ੍ਰੋਗਰਾਮ ਕਿੰਨਾ ਜ਼ਬਰਦਸਤ ਹੈ। ਤੁਹਾਨੂੰ ਸੁਣਨਾ ਹੀ ਪੈਣਾ। ਬਿਲਕੁਲ ਬਿਲਕੁਲ, ਉਹਦੇ ਲਈ 1 ਹਫ਼ਤੇ ਦੀ ਉਡੀਕ ਕਰਨੀ ਪਏਗੀ। ਜੀ ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਨੂੰ ਇੰਨੀ ਬਹੁਤ ਹੀ ਹਰ ਵਾਰੀ ਅਸੀਂ ਤੁਹਾਡਾ ਧੰਨਵਾਦ ਕਰਦੇ ਨਹੀਂ ਥੱਕਦੇ ਕਿ ਇੰਨੀ ਕੀਮਤੀ ਜਾਣਕਾਰੀ ਤੁਸੀਂ ਦਿੰਦੇ ਹੈਗੇ ਆ। ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਦਰਸ਼ਕ ਵੀ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਜ਼ਰੂਰ ਲੋਕਾਂ ਤੱਕ ਪਹੁੰਚਾਉਣ ਤਾਂ ਕਿ ਹਰ ਕੋਈ ਫਾਇਦਾ ਲੈ ਸਕੇ। ਚੀਜ਼ਾਂ ਸਾਡੇ ਸਾਹਮਣੇ ਸਾਰੀਆਂ ਹੁੰਦੀਆਂ ਨੇ ਪਰ ਤਰੀਕਾ ਨਹੀਂ ਪਤਾ ਹੁੰਦਾ ਖਾਣ ਦਾ ਤਰੀਕਾ ਕੀ ਹੈ। ਸੋ ਅਗਲਾ ਪ੍ਰੋਗਰਾਮ ਤੁਸੀਂ ਦੇਖਣਾ ਨਾ ਭੁੱਲਿਓ। ਅਗਲੇ ਪ੍ਰੋਗਰਾਮ ਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਸਾਨੂੰ ਦੱਸਣਗੇ ਕਿ ਚੁਕੰਦਰ ਦੀਆਂ ਜਿਹੜੀਆਂ 24 ਹੋਰ ਬਿਮਾਰੀਆਂ ਨੂੰ ਠੀਕ ਕਰਨ ਦੀ ਤਾਕਤ ਹੈ ਤੇ ਇਹਨੂੰ ਲੈਣਾ ਕਿਵੇਂ ਹੈ। ਬਹੁਤ ਕੁਛ ਹਲੇ ਪਿਆ ਇਸ ਪ੍ਰੋਗਰਾਮ ਦੇ ਵਿੱਚ। ਸੋ ਅਗਲਾ ਪ੍ਰੋਗਰਾਮ ਜ਼ਰੂਰ ਦੇਖਿਓ। ਆਪਾਂ ਇਹ ਵੀ ਦੱਸਾਂਗੇ ਕਿ 80 ਸਾਲ ਦੇ ਜਿਹੜੇ ਹੋ ਚੁੱਕੇ ਹੋਣਗੇ 18 ਸਾਲ ਦੀ ਉਮਰ ਕਿਵੇਂ ਮਾਣ ਸਕਦੇ ਨੇ। ਸੋ ਇਹ ਪ੍ਰੋਗਰਾਮ ਤਾਂ ਦੇਖਣਾ ਹੀ ਪੈਣਾ। ਜੀ ਬਿਲਕੁਲ। ਤੇ ਸੋ ਤੁਸੀਂ ਵੀ ਆਪਣਾ ਧਿਆਨ ਰੱਖਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਸਾਰੇ ਦਰਸ਼ਕਾਂ ਤੋਂ ਇਜਾਜ਼ਤ ਚਾਹੁੰਦੇ ਹਾਂ ਖਾਲਸ ਖਾਣਾ ਦੇ ਵਿੱਚ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ।